ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਿਸਾਨਾਂ ਦੀ ਗੱਲ ਕਰਨੀ ਜ਼ਰੂਰੀ ਕਿਉਂ ਹੈ ਉਹ ਵੀ ਤੁਹਾਨੂੰ ਦੱਸਾਂਗੇ। ਦਰਅਸਲ ਜਿਵੇਂ ਪੰਜਾਬ ਦੇ ਵਿੱਚ ਇਲੈਕਸ਼ਨ ਨਜ਼ਦੀਕ ਆ ਰਹੇ ਨੇ, ਉਵੇਂ ਕਿਸਾਨਾਂ ਅਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਚਰਚਾ ਜ਼ੋਰ ਫੜਨ ਲੱਗੀ ਹੈ ਤੇ ਗੱਲ ਤਾਂ ਸਿੱਧਾ ਕਿਸਾਨੀ ਮਸਲੇ ਦੇ ਹੱਲ ਦੀ ਵੀ ਹੋਣ ਲੱਗੀ ਹੈ ਕਿ ਮਸਲਾ ਹੱਲ ਕਰਵਾ ਦਿੱਤਾ ਜਾਏਗਾ। ਸਰਕਾਰ ਤੇ ਕਿਸਾਨਾਂ ਨੇ 11 ਦੌਰ ਦੀ ਮੁਲਾਕਾਤ ਦੇ ਵਿੱਚ ਰੇੜਕਾ ਸੁਲਝਾਉਣ ਦੇ ਲਈ ਪੂਰਾ ਜ਼ੋਰ ਲਗਾਇਆ, ਪਰ ਹੁਣ ਜ਼ੋਰ ਲਗਾਉਣ ਦਾ ਦਾਅਵਾ ਕਰ ਰਹੇ ਨੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ। ਦਾਅਵਾ ਤਾਂ ਇੱਥੋਂ ਤੱਕ ਹੈ ਕਿ ਕੱਲ ਯਾਨੀ ਵੀਰਵਾਰ ਨੂੰ 20 ਤੋਂ 25 ਮਾਹਰਾਂ ਦੇ ਨਾਲ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਵੀ ਕਰਨਗੇ। ਹੁਣ ਸਵਾਲ ਇਹ ਹੈ ਕਿ ਕੈਪਟਨ ਮਸਲਾ ਹੱਲ ਕਰਵਾ ਦੇਣਗੇ ਕਿ ਕੈਪਟਨ ਦੀ ਐਂਟਰੀ, ਜੋ ਗੱਲਬਾਤ ਜਨਵਰੀ ਤੋਂ ਬੰਦ ਹੈ, 22 ਜਨਵਰੀ ਨੂੰ ਆਖਰੀ ਵਾਰ ਗੱਲਬਾਤ ਹੋਈ ਸੀ, ਜੋ 22 ਜਨਵਰੀ ਤੋਂ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਬੰਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਐਂਟਰੀ ਉਸ ਗੱਲਬਾਤ ਦਾ ਚੱਕਾ ਮੁੜ ਤੋਂ ਘੁਮਾ ਦੇਗੀ। ਸਵਾਲ ਤਾਂ ਇਹ ਵੀ ਹੈ ਕਿ ਫਾਰਮੂਲਾ ਕੀ ਹੈ ਜਿਸ ਦੇ ਨਾਲ ਗੱਲ ਸਿਰੇ ਲੱਗ ਜਾਵੇ, ਇਸ ਮਸਲੇ ਦਾ ਹੱਲ ਹੋ ਜਾਵੇ, ਕਿਉਂਕਿ ਦੋਵੇਂ ਧਿਰਾਂ ਸਰਕਾਰ ਤੇ ਕਿਸਾਨ ਆਪੋ ਆਪਣੇ ਸਟੈਂਡ ਦੇ ਉੱਤੇ ਕਾਇਮ ਨੇ। ਤਾਂ ਕੈਪਟਨ ਅਜਿਹਾ ਕੀ ਕਰ ਦੇਣਗੇ ਕਿ ਇੱਕ ਪੁਆਇੰਟ ਦੇ ਉੱਤੇ ਦੋਵੇਂ ਧਿਰਾਂ ਰਾਜ਼ੀ ਹੋ ਜਾਣਗੀਆਂ। ਖੈਰ, ਅੱਜ ਚਰਚਾ ਹੋਵੇਗੀ ਕਿ ਕੈਪਟਨ ਅਮਰਿੰਦਰ ਸਿੰਘ ਬਣਨਗੇ ਕੜੀ। मैं कल नूं जा रहा है, वी आर टेकिंग सम पीपल विद अस, साडे नाल मेरे नाल जाणगे आई थिंक 25-30 बंदे। ਖੇਤੀ ਕਾਨੂੰਨਾਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਰੋਲ ਅਦਾ ਕਰ ਸਕਦੀ ਹੈ। ਕੈਪਟਨ ਨੇ ਦਾਅਵਾ ਕੀਤਾ ਹੈ ਕਿ 25 ਤੋਂ 30 ਖੇਤੀ ਮਾਹਰਾਂ ਦਾ ਡੈਲੀਗੇਸ਼ਨ ਉਹਨਾਂ ਦੇ ਨਾਲ ਜਾਵੇਗਾ। ਹਾਲਾਂਕਿ ਡੈਲੀਗੇਸ਼ਨ ਦਾ ਹਿੱਸਾ ਕੌਣ ਹੋਵੇਗਾ, ਇਸ ਬਾਰੇ ਕੈਪਟਨ ਨੇ ਕੋਈ ਖੁਲਾਸਾ ਨਹੀਂ ਕੀਤਾ। ਨਿਊਜ਼ 18 ਨੇ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਨੂੰ ਪੁੱਛਿਆ ਕਿ ਆਖਿਰ ਕਿਸ ਫਾਰਮੂਲੇ ਦੇ ਤਹਿਤ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੋਵੇਗਾ, ਤਾਂ ਉਹਨਾਂ ਨੇ ਕੇਂਦਰ ਦੇ ਨਾਲ ਹੁਣ ਤੱਕ ਦੀ ਆਪਣੀ ਗੱਲਬਾਤ ਦਾ ਬਿਊਰਾ ਦਿੱਤਾ। ਖੇਤੀ ਕਾਨੂੰਨ ਰੱਦ ਹੀ ਵਿਕਲਪ ਹੈ ਜਾਂ ਕੋਈ ਹੋਰ ਵਿਕਲਪ ਵੀ ਤੁਹਾਨੂੰ ਨਜ਼ਰ ਆ ਰਿਹਾ? I can't say, but ਹੁਣ ਅਸੀਂ ਕੱਲ ਜਾਵਾਂਗੇ, we will meet the home minister, let us say what he has to say। ਕਿਸਾਨਾਂ ਤੇ ਕੇਂਦਰ ਦੇ ਵਿਚਾਲੇ 22 ਜਨਵਰੀ ਨੂੰ ਅਖੀਰਲੀ ਮੀਟਿੰਗ ਹੋਈ ਸੀ, ਪਰ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਗ੍ਰਹਿ ਮੰਤਰਾਲੇ ਤੇ ਕਿਸਾਨ ਆਗੂਆਂ ਦੇ ਵਿਚਾਲੇ ਆਫ ਦਾ ਰਿਕਾਰਡ ਗੱਲਬਾਤ ਹੋ ਰਹੀ ਹੈ ਤੇ ਮੀਟਿੰਗਾਂ ਹੋ ਰਹੀਆਂ ਨੇ। ਇਹ ਜਿਹੜੀਆਂ ਆਫੀਸ਼ੀਅਲ ਮੀਟਿੰਗਸ ਹੋਈਆਂ ਨੇ ਵਿਦ ਗਵਰਨਮੈਂਟ ਆਫ ਇੰਡੀਆ ਔਰ ਕਿਸਾਨਾਂ ਦੀ, ਉਹ ਹੋਈਆਂ ਨੇ 4 ਬੈਕ ਚੈਨਲ ਦੀ ਜਿਹੜੀ ਮੀਟਿੰਗ ਵਿਦ ਹੋਮ ਮਿਨਿਸਟਰੀ ਐਂਡ ਕਿਸਾਨ ਹੋਈਆਂ ਨੇ, ਬਹੁਤ ਹੋਈਆਂ ਨੇ। ਖੇਤੀ ਕਾਨੂੰਨਾਂ ਤੇ ਕੈਪਟਨ ਦੇ ਰੋਲ ਨੂੰ ਲੈ ਕੇ ਕਾਂਗਰਸ ਨੇ ਸਵਾਲ ਪੁੱਛਿਆ ਕਿ 1 ਸਾਲ ਤੋਂ ਕੈਪਟਨ ਨੇ ਆਖਿਰ ਕਿਉਂ ਨਹੀਂ ਕੇਂਦਰ ਦੇ ਨਾਲ ਗੱਲਬਾਤ ਕਰਕੇ ਇਹਨਾਂ ਖੇਤੀ ਕਾਨੂੰਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ। ਪੁਰਾਣੇ ਸਾਬਕਾ ਸੀਐਮ ਸਾਹਿਬ ਦਿੱਲੀ ਜਾਂਦੇ ਹੀ ਨਹੀਂ, ਹੁਣ ਹਰ ਹਫਤੇ ਹੀ 2-2 ਦਿਨ ਉੱਥੇ ਲਾ ਕੇ ਆਉਂਦੇ ਨੇ। ਇਹੀ ਦਿਨ ਜੇ ਕਿਸਾਨਾਂ ਦੇ ਹੱਕ 'ਚ ਪਹਿਲਾਂ ਲਾਏ ਹੁੰਦੇ ਤਾਂ ਸ਼ਾਇਦ ਇੱਥੇ ਚੇਂਜ ਹੀ ਨਾ ਆਉਂਦੀ। ਕਿਸਾਨ ਆਗੂ ਰਕੇਸ਼ ਟਕੈਤ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ ਦਿੰਦੀ ਹੈ ਤਾਂ ਉਹ ਤਿਆਰ ਨੇ, ਪਰ ਖੇਤੀ ਕਾਨੂੰਨ ਰੱਦ ਕਰਨ ਦੇ ਆਪਣੇ ਸਟੈਂਡ ਤੇ ਕਿਸਾਨ ਖੜੇ ਹੋਏ ਨੇ। अगर भारत सरकार बातचीत करना चाहती है तो किसान बातचीत करेंगे, विदाउट कंडीशन के करेंगे, कंडीशन लगा के नहीं। 2022 ਦੇ ਵਿੱਚ ਪੰਜਾਬ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਨੇ। ਖੇਤੀ ਕਾਨੂੰਨਾਂ ਦਾ ਅਸਰ ਯੂਪੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਬੀਜੇਪੀ ਇਸੇ ਲਈ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਵਾਉਣਾ ਚਾਹੁੰਦੀ ਹੈ। ਜੇਕਰ ਕੈਪਟਨ ਦੇ ਜ਼ਰੀਏ ਬੀਜੇਪੀ ਕਿਸਾਨੀ ਮਸਲੇ ਦਾ ਹੱਲ ਕੱਢ ਦਿੰਦੀ ਹੈ ਤਾਂ ਪੰਜਾਬ ਦੇ ਵਿੱਚ ਪਾਰਟੀ ਨੂੰ ਚਿਹਰਾ ਮਿਲ ਸਕਦਾ ਹੈ ਤੇ ਯੂਪੀ ਵਿੱਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18। ਕਹਿੰਦੇ ਨੇ ਜਦੋਂ ਸਿਆਸੀ ਆਗੂ ਕੋਈ ਕਦਮ ਚੁੱਕਦੇ ਨੇ ਤਾਂ ਉਸ ਦੇ ਪਿੱਛੇ ਸਿਆਸੀ ਨਫਾ ਨੁਕਸਾਨ ਪਹਿਲਾਂ ਤੋਂ ਹੀ ਦੇਖਿਆ ਜਾਂਦਾ ਹੈ। ਇੱਕ ਕਿਆਸ ਲਗਾਏ ਜਾਂਦੇ ਨੇ ਕਿ ਇਸ ਦਾ ਫਾਇਦਾ ਹੋਏਗਾ, ਨੁਕਸਾਨ ਹੋਏਗਾ। ਜੇ ਨਫਾ ਹੋਏਗਾ ਤਾਂ ਕਿੰਨਾ, ਜੇ ਨੁਕਸਾਨ ਹੋਏਗਾ ਤਾਂ ਕਿੰਨਾ। ਹਰ ਇੱਕ ਚੀਜ਼ ਧਿਆਨ ਦੇ ਵਿੱਚ ਰੱਖੀ ਜਾਂਦੀ ਹੈ। ਅੱਜ ਕਿਸਾਨਾਂ ਦੇ ਮੁੱਦੇ ਉੱਤੇ ਅਸੀਂ ਗੱਲ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਲਗਾਤਾਰ ਇਹ ਜ਼ਿਕਰ ਹੋ ਰਿਹਾ ਹੈ, ਲਗਾਤਾਰ ਇਹ ਖਬਰਾਂ ਆ ਰਹੀਆਂ ਨੇ ਕਿ ਜਲਦ ਗੱਲਬਾਤ ਸ਼ੁਰੂ ਹੋ ਸਕਦੀ ਹੈ। ਲਗਾਤਾਰ ਇਹ ਵੀ ਮੁੱਦਾ ਉੱਠ ਰਿਹਾ ਕਿ ਦੀਵਾਲੀ ਤੋਂ ਪਹਿਲਾਂ ਜਾਂ ਦੀਵਾਲੀ ਦੇ ਆਸ-ਪਾਸ ਇਸ ਪੂਰੇ ਮੁੱਦੇ ਨੂੰ ਹੱਲ ਕੀਤਾ ਜਾ ਸਕਦਾ ਹੈ। ਤਾਂ ਹੁਣ ਸਵਾਲ ਇਹ ਹੈ ਕਿ ਹੁਣ ਤੱਕ ਕੋਈ ਹਲਚਲ ਨਹੀਂ, ਦੀਵਾਲੀ ਨੂੰ ਤਾਂ 1 ਹਫ਼ਤਾ ਬਾਕੀ ਹੈ, ਤਾਂ ਕਿ ਇਹ ਪੂਰਾ ਮਸਲਾ ਬਹੁਤ ਜਲਦੀ ਹੱਲ ਹੋ ਸਕਦਾ ਹੈ
ਕਿ ਇੱਕ ਮੀਟਿੰਗ ਦੇ ਵਿੱਚ ਕੋਈ ਮਸਲਾ ਹੱਲ ਹੋ ਸਕਦਾ ਹੈ ਜੋ ਪਿਛਲੇ 11 ਮਹੀਨੇ ਤੋਂ ਦਿੱਲੀ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੇ ਨਾਲ ਗੱਲਬਾਤ ਦੇ ਬਾਵਜੂਦ ਨਹੀਂ ਹੋਇਆ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ। ਅੱਜ ਮਹਿਮਾਨ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜ ਰਹੇ ਨੇ, ਸਿਆਸੀ ਮਾਰ ਨੇ, ਖੇਤੀਬਾੜੀ ਐਕਸਪਰਟ ਨੇ, ਕਿਸਾਨ ਯੂਨੀਅਨਾਂ ਦੇ ਨਾਲ ਵੀ ਨਜ਼ਰ ਆਉਂਦੇ ਨੇ। ਬਹੁਤ ਬਹੁਤ ਸਵਾਗਤ ਹੈ ਪ੍ਰੋਫੈਸਰ ਸਾਹਿਬ ਤੁਹਾਡਾ। ਸਾਡੇ ਨਾਲ ਮਨਪ੍ਰੀਤ ਸਿੰਘ ਬਣੀ ਸੰਧੂ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਸਰਵਨ ਸਿੰਘ ਪੰਧੇਰ ਜੀ ਜੁੜ ਰਹੇ ਨੇ, ਕਿਸਾਨ ਮੋਰਚੇ ਨੂੰ ਰਿਪਰੈਜ਼ੈਂਟ ਕਰਨਗੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦੇ ਨੇ। ਬਹੁਤ ਬਹੁਤ ਸਵਾਗਤ ਹੈ ਪੰਧੇਰ ਸਾਹਿਬ ਤੁਹਾਡਾ ਵੀ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਪੰਧੇਰ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਲੱਗ ਰਿਹਾ ਕੈਪਟਨ ਅਮਰਿੰਦਰ ਸਿੰਘ ਕੋਈ ਚਮਤਕਾਰ ਕਰ ਦੇਣਗੇ, ਮਸਲਾ ਹੱਲ ਕਰਵਾ ਦੇਣਗੇ। ਆ ਦੇਖੋ, ਜਿੱਥੋਂ ਤੱਕ ਕੋਈ ਵੀ ਸਿਆਸੀ ਲੀਡਰ ਹੈਗਾ ਜਿਹੜੀ ਬੀਤ ਗਏ ਸਮੇਂ ਦੇ ਵਿੱਚ ਇੱਕ ਸਿਆਸੀ ਸਰੋਕਾਰ ਰਹੇ ਨੇ ਜੀ, ਉਹ ਕੋਈ ਵੀ ਬਿਆਨ ਕਿਸੇ ਵੇਲੇ ਵੀ ਦੇ ਸਕਦੇ ਨੇ। ਠੀਕ ਹੈ, ਤੇ ਕੋਈ ਵੀ ਸਿਆਸੀ ਲੀਡਰ ਆਪਦੇ ਨਿੱਜੀ ਮਫਾਦਾਂ ਤੋਂ ਉੱਪਰ ਉੱਠ ਕੇ ਕਦੀ ਕੋਈ ਬਿਆਨ ਨਹੀਂ ਦਿੰਦਾ ਹੈਗਾ। ਜਿਹੜੀਆਂ ਗੱਲਾਂ ਕੈਪਟਨ ਸਾਹਿਬ ਨੇ ਕਹੀਆਂ ਨੇ ਵੀ ਉਹ ਜਿਹੜੇ ਮਾਹਰ ਲੈ ਕੇ ਦਿੱਲੀ ਜਾ ਰਹੇ ਨੇ, ਵੀ ਉਹ ਮਾਹਰ ਕੇਂਦਰ ਕੋਲ ਨਹੀਂ ਹੈਗੇ ਜਾਂ ਕੇਂਦਰ ਇੰਨੀ ਕਾਬਲ ਨਹੀਂ ਹੈਗੀ ਵੀ ਉਹਨਾਂ ਮਾਹਰਾਂ ਦੀ ਉਹਨਾਂ ਪਹਿਲੋਂ ਰਾਏ ਨਾਲ ਲਈ ਹੋਊਗੀ ਜਿਹੜੀ ਕੈਪਟਨ ਸਾਹਿਬ ਲੈ ਕੇ ਜਾ ਰਹੇ ਨੇ ਜੀ। ਤਾਂ ਇਹ ਜ਼ਿਆਦਾ ਸਿਆਸੀ ਨੇ, ਜ਼ਿਆਦਾ ਬਿਆਨ ਇਹਦੇ ਵਿੱਚ। ਦੂਸਰਾ ਜਿਹੜਾ ਹੈਗਾ ਵੀ ਮੰਨ ਲਈਏ ਵੀ ਅਸੀਂ ਇਸ ਕਿਸਮ ਦੀ ਕੋਈ ਵਿਚੋਲਗੀ ਨੂੰ ਪ੍ਰਵਾਨ ਕਰ ਲਈਏ, ਬਲ ਤਾਂ ਕਰਦੇ ਨਹੀਂ। ਸੁਖਬੀਰ ਬਾਦਲ ਜੀ ਦੀ ਵੀ ਨੇੜਤਾ ਹੈਗੀ ਆ ਕੇਂਦਰ ਵਾਲਿਆਂ ਨਾਲ, ਇਹ ਤੋਂ ਕਾਂਗਰਸ ਵਾਲਿਆਂ ਦੀ ਵੀ ਹੈਗੀ ਆ। ਕੱਲ ਨੂੰ ਕੋਈ ਹੋਰ ਆ ਜੂ ਵੀ ਮੈਂ ਤੁਹਾਡੀ ਗੱਲ ਕਰਾ ਦਿੰਦਾ। ਠੀਕ ਆ, ਜਦੋਂ ਗੱਲਬਾਤ ਲਈ ਸੱਦਿਆ ਜਾਊ, ਗੱਲਬਾਤ ਦੇ ਮਸਲੇ ਦਾ ਹੱਲ ਦੀ ਕੌਣ ਇਨਕਾਰ ਕਰਦਾ। ਉਹ ਜਿਹੜੀ ਪੰਜਾਬ ਵਿੱਚ ਪਹਿਲੋਂ ਕੋਸ਼ਿਸ਼ਾਂ ਹੋਈਆਂ ਸੀ, ਜਾਂ ਜੈਨੀ ਜੀ ਜਾਂ ਗਰੇਵਾਲ ਜੀ ਗਏ ਸੀ, ਉਹ ਭਾਜਪਾ ਦੇ ਖੁਦ ਲੀਡਰ ਸੀ। ਤੁਸੀਂ ਕਹਿ ਰਹੇ ਹੋ ਕਿ ਸਿਆਸੀ ਵਿਚੋਲਗੀ ਤੁਹਾਨੂੰ ਮਨਜ਼ੂਰ ਨਹੀਂ? ਬਿਲਕੁਲ ਹੋਣੀ ਵੀ ਨਹੀਂ ਚਾਹੀਦੀ। ਗਾਂ ਇਹਦੇ ਪਾਰਟ ਬਥੇਰੇ ਕੋਈ ਹੋਰ ਵੀ ਆ ਜਾਵੇ। ਨਹੀਂ ਪੰਧੇਰ ਸਾਹਿਬ, ਕੋਈ ਸਿਆਸੀ ਮੁਫਾਦਾਂ ਨੂੰ ਸਾਈਡ ਰੱਖ ਕੇ ਤੁਹਾਡੇ ਕੋਲ ਆ ਜਾਵੇ ਕਿ ਮੈਂ ਕਰਵਾਉਣਾ ਗੱਲ, ਆਪਾਂ ਮਸਲਾ ਹੱਲ ਕਰਵਾ ਦਿੰਦੇ ਹਾਂ, ਤਾਂ ਕੀ ਦਿੱਕਤ ਆ ਉਸ 'ਚ? ਉਹ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਜਾਂ ਕੋਈ ਵੀ ਹੋਵੇ। ਗੌਰਵ ਜੀ, ਕਦੀ ਵੀ ਸਿਆਸੀ ਲੋਕ ਸਿਆਸੀ ਮਫਾਦਾਂ ਤੋਂ ਉੱਪਰ ਉੱਠ ਕੇ ਨਹੀਂ ਆਉਂਦੇ ਹੁੰਦੇ। ਠੀਕ ਹੈ ਜੀ, ਅੱਜ ਤੱਕ ਤਾਂ ਕੇਂਦਰ ਦੇ ਅਗੇਂਸਟ ਰਹੇ ਆ। ਸਾਰੀ ਕੇਂਦਰ ਸਰਕਾਰ ਕੈਪਟਨ ਦੇ ਵਿਰੁੱਧ ਬੋਲਦੀ ਰਹੀ ਆ ਵੀ ਸਾਰਾ ਅੰਦੋਲਨ ਖੜਾ ਕੀਤਾ ਹੋਇਆ ਕੈਪਟਨ ਅਮਰਿੰਦਰ, ਮਗਰ ਕਾਂਗਰਸ ਹੈ। ਕੈਪਟਨ ਸਾਹਿਬ ਤੇ ਕੈਪਟਨ ਸਾਹਿਬ ਇਲਜ਼ਾਮ ਲਾਉਂਦੇ ਰਹੇ ਆ। ਠੀਕ ਹੈ ਜੀ, ਅੱਜ ਕੀ ਮਤਲਬ ਬਣ ਗਿਆ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਬੈਕਡੋਰ ਭਾਜਪਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਇੰਟਰ ਕਰਨਾ ਚਾਹੁੰਦੀ ਹੈ। ਮਤਲਬ ਇਸ ਕੀ ਬਾਕੀ ਦੇਖੋ, ਜਿਹੜੀਆਂ ਸਾਡੇ ਕੋਲ ਸੋਮਾ ਨੇ, ਕੋਈ ਪੁਸ਼ਟੀ ਨਹੀਂ, ਕੋਈ ਸਰਕਾਰ ਦਾ ਇਸ ਵੇਲੇ ਤੱਕ ਪਰਦੇ ਦੇ ਪਿੱਛੇ ਤਾਂ ਜੋ ਮਰਜ਼ੀ ਹੁੰਦਾ ਹੋਵੇ, ਕੋਈ ਸਿੱਧਾ ਨਹੀਂ ਕੋਈ ਨਹੀਂ। ਦੇਖੋ, ਪਰਦੇ ਦੇ ਪਿੱਛੇ ਤਾਂ ਜ਼ਿਕਰ ਇਹ ਵੀ ਹੈ ਨਾ, ਨਹੀਂ ਪੰਧੇਰ ਸਾਹਿਬ, ਪਰਦੇ ਦੇ ਪਿੱਛੇ ਤਾਂ ਜ਼ਿਕਰ ਇਹ ਵੀ ਹੋ ਰਿਹਾ ਕਿ ਪਰਦੇ ਦੇ ਪਿੱਛੇ ਗੱਲਬਾਤ ਚੱਲ ਰਹੀ ਹੈ ਸਰਕਾਰ ਦੇ ਨਾਲ। ਖੁੱਲ ਕੇ ਨਹੀਂ ਇਸ ਸਮੇਂ ਕੋਈ ਜ਼ਿਕਰ ਕਰ ਰਿਹਾ, ਪਰ ਚਰਚਾਵਾਂ ਤਾਂ ਬਹੁਤ ਨੇ ਕਿ ਕਿਸਾਨਾਂ ਦੀ ਗੱਲਬਾਤ ਚੱਲ ਰਹੀ ਹੈ ਸਰਕਾਰ ਦੇ ਨਾਲ। ਪਰਦੇ ਦੇ ਪਿੱਛੇ ਤਾਂ ਬਹੁਤ ਕੁਝ ਹੁੰਦਾ, ਤੁਹਾਨੂੰ ਵੀ ਦੇਖੋ। ਹਾਂ ਦੇਖੋ, ਕਈ ਅਫਸਰ ਆ ਗਏ, ਕਈ ਗੱਲ ਮੈਂ ਤੁਹਾਨੂੰ ਆਫੀਸ਼ੀਅਲੀ ਗੱਲ ਕਰਾਂ ਵੀ ਦੇਖੋ, ਕੇਂਦਰ ਦੇ ਜਿਹੜੇ ਪ੍ਰਸਤਾਵ ਨੇ, ਕੇਂਦਰ ਕੋਈ ਕਈ ਗੱਲਾਂ ਉਹਨਾਂ ਦੇ ਅਫਸਰ ਆ ਕੇ ਕਰ ਜਾਂਦੇ ਆ, ਅਨਆਫੀਸ਼ੀਅਲੀ ਹੁੰਦੀਆਂ। ਉਹਨੂੰ ਆਫੀਸ਼ੀਅਲੀ ਨਹੀਂ ਕਹਿ ਸਕਦੇ ਵੀ 2 ਕਿਸਾਨ ਵਾਪਸ ਲੈ ਲਈਏ, 1 ਰਹਿਣ ਦਈਏ, MSP ਤੇ ਕਮੇਟੀ ਬਣਾ ਦਈਏ, ਆਹ ਕਰ ਦਈਏ। ਅਸਲ ਵਿੱਚ ਹੁੰਦਾ ਜਦੋਂ ਕੇਂਦਰ ਗੱਲਬਾਤ ਅਨਕੰਡੀਸ਼ਨ ਸੱਦੇ, ਉਹਦੇ ਵਿੱਚ ਆਫੀਸ਼ੀਅਲੀ ਪ੍ਰਸਤਾਵ ਰੱਖੇ, ਤੁਹਾਡੇ ਸਾਹਮਣੇ ਆਵੇ, ਉਹਦੇ ਵਿੱਚ ਤੁਸੀਂ ਮੁੜ ਕੇ ਸੋਚ ਕੇ ਦੱਸੋ ਵੀ ਸਾਨੂੰ ਆਹ ਮਨਜ਼ੂਰ ਆ ਕਿ ਨਹੀਂ ਮਨਜ਼ੂਰ ਆ। ਅਸਲ ਵਿੱਚ ਦੂਜਾ ਹੁੰਦਾ ਜਿਵੇਂ ਲੋਕਾਂ ਦੀਆਂ ਫਿਰ ਸੰਭਾਵਨਾ ਵੀ ਵਧਾ ਦੇਣੀਆਂ ਕਿ ਹੁਣ ਖੁਰੇ 2 ਦਿਨਾਂ 'ਚ ਹੱਲ ਹੋ ਚੱਲਿਆ। ਇੱਕ ਹੋਰ ਸਵਾਲ ਪੁੱਛਦਾ, ਉਸ ਤੋਂ ਬਾਅਦ ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਾਂਗਾ। ਪੰਧੇਰ ਸਾਹਿਬ, ਇੱਕ ਸਵਾਲ, ਤੁਹਾਨੂੰ ਉਮੀਦ ਹੈ, ਕੋਈ ਕਿਰਨ ਦਿਖਦੀ ਹੈ ਕਿ ਕੈਪਟਨ ਕੁਝ ਅਜਿਹਾ ਚਮਤਕਾਰ ਕਰ ਸਕਦੇ ਨੇ ਕਿ ਮਸਲਾ ਹੱਲ ਹੋ ਜਾਏ? ਮੈਂ ਤਾਂ ਪਰਸੈਂਟੇਜ ਪੁੱਛਣਾ ਚਾਹੁੰਦਾ, ਤੁਸੀਂ ਇਸ ਨੂੰ ਡਿਟੇਲ 'ਚ ਨਾ ਜਾਇਓ। ਤਾਂ ਲੱਗਦਾ 10, 20, 30, 40% ਕੋਈ ਉਮੀਦ ਹੈ ਕਿ ਕੈਪਟਨ ਇਹ ਮਸਲਾ ਹੱਲ ਕਰਵਾ ਦੇਣਗੇ? ਮੈਨੂੰ ਨਹੀਂ ਲੱਗਦਾ, ਮੇਰੀ ਸਮਝ ਮੁਤਾਬਕ ਨਹੀਂ ਲੱਗਦਾ। 1% ਵੀ ਉਮੀਦ ਨਹੀਂ? ਦੇਖੋ, ਇਹ ਤਾਂ ਗੱਲਾਂ ਨਹੀਂ ਕਰਨੀਆਂ, ਪਰ ਉਹਨਾਂ ਦੇ ਸਿਆਸੀ ਮਫਾਦ ਨੇ। ਸਿਆਸੀ ਮਫਾਦਾਂ ਕਰਕੇ ਸਾਰਾ ਗੜਬੜ ਲੱਗਦੀ ਆ। ਠੀਕ ਹੈ ਜੀ, ਠੀਕ ਹੈ। ਇਹ ਤਾਂ ਹੁਣ ਕੇਂਦਰ ਸਾਨੂੰ ਗੱਲਬਾਤ ਲਈ ਸੱਦੂਗਾ, ਫੇਰ ਹੀ ਅਸੀਂ ਕਹਾਂਗੇ ਵੀ ਠੀਕ ਹੈ ਕਿ ਕੈਪਟਨ ਸਾਹਿਬ ਦਾ ਕਿੰਨਾ ਸੀ ਜਾਂ ਕਿਹਦਾ ਕਿੰਨਾ। ਚਲੋ ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰ ਰੁਕ ਕਰਦਾ। ਸਾਡੇ ਨਾਲ ਇਸ ਵਿੱਚ ਵਾਲੇ ਬੀਜੇਪੀ ਦੇ ਆਗੂ ਵਿਨੀਤ ਜੋਸ਼ੀ ਜੀ ਵੀ ਜੁੜ ਚੁੱਕੇ ਨੇ। ਜੋਸ਼ੀ ਸਾਹਿਬ, ਤੁਹਾਡਾ ਹੀ ਰਿਐਕਸ਼ਨ। ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਰਿਐਕਸ਼ਨ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਮੈਂ ਗੱਲਬਾਤ ਕਰਾਂਗਾ, ਮਤਲਬ ਉਹਨਾਂ ਦਾ ਸਿੱਧਾ ਇੱਕ ਕਹਿ ਸਕਦੇ ਹੋ ਸੰਕੇਤ ਹੈ
ਕਿ ਇਸ ਮਸਲੇ ਨੂੰ ਹੱਲ ਕਰਵਾਉਣ ਦੇ ਵੱਲ ਵਧਾਂਗੇ। 20 ਤੋਂ 25 ਲੋਕਾਂ ਨੂੰ ਨਾਲ ਲੈ ਕੇ ਜਾ ਰਹੇ ਹਾਂ, ਜੋ ਐਕਸਪਰਟਸ ਨੇ ਉਹਨਾਂ ਨੂੰ ਨਾਲ ਲੈ ਕੇ ਜਾ ਰਹੇ ਹਾਂ। ਦੱਸੋ ਸਰ, ਬੀਜੇਪੀ ਕੀ ਸੋਚ ਰਹੀ ਹੈ ਨਾ ਇਸ ਸਮੇਂ? ਤੁਹਾਡੇ ਵੱਡੇ ਲੀਡਰ ਚੰਡੀਗੜ੍ਹ ਵੀ ਪਹੁੰਚ ਰਹੇ ਨੇ, ਕੱਲ ਨੂੰ 3 ਮੰਤਰੀ ਇੱਥੇ ਆ ਰਹੇ ਨੇ, ਪੰਜਾਬ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ। ਦੱਸੋ ਇਹ ਕੈਪਟਨ ਵਾਲੀ ਰਣਨੀਤੀ ਬੀਜੇਪੀ ਦੀ ਹੈ ਕੀ? ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀ, ਪਰ ਕੈਪਟਨ ਬੜੇ ਕੌਨਫੀਡੈਂਟ ਨਜ਼ਰ ਆਉਂਦੇ ਨੇ ਕਿ ਠੀਕ ਹੈ ਮੈਂ ਬੀਜੇਪੀ ਨਾਲ ਸੀਟ ਸ਼ੇਅਰਿੰਗ ਕਰਾਂਗਾ। ਜੇ ਇੰਨਾ ਕੌਨਫੀਡੈਂਸ ਹੈ ਤਾਂ ਉਸ ਦੇ ਪਿੱਛੇ ਕੋਈ ਨਾ ਕੋਈ ਤਾਂ ਗੱਲ ਹੋਏਗੀ, ਕਿਉਂਕਿ ਇਸ ਸਮੇਂ ਕੈਪਟਨ ਵੀ ਜਾਣਦੇ ਨੇ ਕਿ ਬੀਜੇਪੀ ਨਾਲ ਅੱਜ ਦੀ ਡੇਟ 'ਚ ਅਲਾਈਅੰਸ ਕਰਨਾ ਕੋਈ ਸੌਖਾ ਕੰਮ ਨਹੀਂ, ਔਰ ਅਲਾਈਅੰਸ ਕਰਕੇ ਪੰਜਾਬ 'ਚ ਵੋਟ ਮੰਗਣ ਜਾਣਾ ਕੋਈ ਸੌਖਾ ਕੰਮ ਨਹੀਂ। ਦੱਸੋ ਸਰ, ਤੁਹਾਡੀ ਕੀ ਰਣਨੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ? ਅੱਜ ਮੈਂ ਨਿਊਜ਼ 18 ਤੇ ਕੈਪਟਨ ਸਾਹਿਬ ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਤੋਂ ਲਾਈਵ ਸੁਣ ਰਿਹਾ ਸੀ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਮੇਰੀ ਕੋਈ ਗੱਲਬਾਤ ਨਹੀਂ ਹੋਈ ਹੈ ਬੀਜੇਪੀ ਨਾਲ ਅਲਾਈਅੰਸ ਦੀ, ਔਰ ਇਹ ਸਭ ਗੱਲਾਂ ਹਲੇ ਹਵਾ 'ਚ ਨੇ। ਔਰ ਅਸੀਂ ਵੀ ਸਾਫ਼ ਔਰ ਸਪਸ਼ਟ ਕਹਿੰਦੇ ਆ, ਭਾਰਤੀ ਜਨਤਾ ਪਾਰਟੀ ਵੱਲੋਂ ਕਹਿੰਦੇ ਆ ਕਿ ਕੈਪਟਨ ਸਾਹਿਬ ਪਹਿਲੇ ਆਪਣੀ ਪਾਰਟੀ ਬਣਾ ਲੈਣ। ਪਾਰਟੀ ਬਣਾਉਣ ਤੋਂ ਬਾਅਦ ਜੇ ਉਹ ਆਫੀਸ਼ੀਅਲੀ ਬੀਜੇਪੀ ਨਾਲ ਰਾਬਤਾ ਕਾਇਮ ਕਰਨਗੇ, ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨਾਲ ਕਰਨਗੇ, ਤਾਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸਾਡੀ ਪਾਰਟੀ ਉਹਦੇ ਉੱਪਰ ਅਧਿਕਾਰਿਕ ਟਿੱਪਣੀ ਕਰੇਗੀ। ਤਦ ਤੱਕ ਸਾਰੀ ਗੱਲਾਂ ਹਵਾ 'ਚ ਨੇ। ਇੱਕ दूसरी गल कि भी किसान संगठन का यह अंदोलन है, और इस किसान संगठन के अंदोलन के जड़ा 11 गेट की गलबात हुई, जो किसान संगठन ने लिख के दिता सरकार ने वो प्रवान कर लिया। इसके बावजूद भी कुछ गल्लां है वो रिजॉल्व होनी चाहिए। भारत सरकार की ओपन ऑफर है, कृषि मंत्री की ओपन ऑफर है, किते दरवाजे बंद नहीं हुए, किते गलबात का रस्ता बंद नहीं किया। पर क्योंकि किसान संगठनों का एक अपनी मजबूरी है, साढ़े नाल गल नहीं करना चाहते, तो जे न्यूज़ 18 इस मीडिएशन करके खत्म करवाना चाहता करवा दे, श्रोमणी अकाली दल करवाना चाहता करवा दे, आम आदमी पार्टी करना चाहता वो करवाए। साढ़े पंजाब के मुख्यमंत्री चन्नी साहब इस मीडिएशन करके जे दोनों धिरां नूं कोई एक एमिकेबल सोल्यूशन मिलता है वो किते प्लेटफॉर्म ते करवा देन। अजे तक जो करवा सकता करवाए। ਅਸੀਂ ਚਾਹੁੰਦੇ ਹਾਂ ਕਿ ਇਹ ਨਹੀਂ ਗੱਲਬਾਤ ਨੂੰ ਤਾਂ ਤਿਆਰ ਨੇ। ਦੇਖੋ ਕਿਸਾਨ ਤੁਸੀਂ ਕਹਿ ਰਹੇ ਹੋ ਗੱਲਬਾਤ ਕਿਸਾਨ ਨਹੀਂ ਕਰ ਰਹੇ, ਕਿਸਾਨ ਦੇ ਵਾਸਤੇ ਗੱਲਬਾਤ ਕਰ ਰਹੇ, ਭੇਜੋ ਸੱਦਾ, ਅਸੀਂ ਗੱਲ ਕਰਾਂਗੇ, ਸਵੇਰੇ ਕਰ ਲੈਣ। गौरव जी देखो, मैं गल जी ध्यान नाल नहीं सुनी। मैं कहा कि केंद्र सरकार ने, तोमर जी ने लास्ट मीटिंग च कहा कि इस तो बाद तुहाडे कोल प्रपोजल है, तुसीं साडे कोल गलबात करनी आ जाओ। वो बाद च भी उन्होंने कहा साडा गुला से दसो कद आ जाओ। हुण टाइम तो इन्होंने देना नहीं जी। जे चंडीगढ़ के अंदर राजेवाल साहब किसान कचहरी करके ये फरमान जारी करते हैं कि ऑपोजिशन पार्टियां, श्रोमणी अकाली दल, आम आदमी पार्टी, ढींडसा ग्रुप या ये सब रैलियां नहीं करनगे, पर पंजाब सरकार, कांग्रेस सरकार रैली कर सकती है, तो फिर गल साफ और स्पष्ट है कि जो किसान संगठन ने उन्होंने मंतव की है वो किदे हाथ च खेलते पे ने। गल दिखती नहीं है क्या तुहानू? ये गल समझ नहीं आती क्या? ठीक है ना, गल्लां भी तुसीं कह रहे हो कांग्रेस दे हत्थ च, फिर तुसीं कह रहे हो कांग्रेस दे हत्थ च। नहीं ਅਸੀਂ ਤਾਂ ਇਹ ਕਹਿੰਦੇ ਕਾਂਗਰਸ ਦੇ ਹੱਥ 'ਚ ਖੇਲ ਰਹੇ ਨੇ। ਜੇ ਰਾਜੇਵਾਲ ਸਾਹਿਬ ਕਿਉਂ ਆਪੋਜੀਸ਼ਨ ਪਾਰਟੀ ਨੂੰ ਰੈਲੀਆਂ ਕਰਨ ਤੋਂ ਰੋਕਦੇ ਨੇ? ਇਹ ਸੰਯੁਕਤ ਕਿਸਾਨ ਮੋਰਚੇ ਦੇ ਬਿਹਾਫ ਤੇ ਕਿਸਾਨ ਕਚਹਿਰੀ ਕੀਤੀ ਸੀ ਚੰਡੀਗੜ੍ਹ 'ਚ ਉਹਨਾਂ ਨੇ, ਉਹ ਕਿਉਂ ਰੋਕਦੇ ਨੇ ਆਪੋਜੀਸ਼ਨ ਪਾਰਟੀ ਨੂੰ ਰੈਲੀ ਕਰਨ 'ਚ? ਤੇ ਕਾਂਗਰਸ ਸਰਕਾਰ ਨੂੰ ਕਹਿੰਦੇ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ, ਤੇ ਇਹਦਾ ਮਤਲਬ ਕੀ ਜਾਂਦਾ ਹੈ? ਮਤਲਬ ਤਾਂ ਸਾਫ਼ ਹੀ ਜਾਂਦਾ ਜੀ, ਫਿਰ ਕਾਂਗਰਸ ਦੇ ਹੱਥੋਂ ਚਲੋ ਮੈਂ ਇੱਕ ਇੱਕ ਰਿਐਕਸ਼ਨ ਲਵਾਂ, ਆਪਾਂ ਸਾਰੇ ਨੂੰ ਐਡ ਕਰੀਏ ਇੱਕ ਵਾਰੀ ਚਰਚਾ ਦੇ ਵਿੱਚ। ਤੁਸੀਂ ਆਪਣੀ ਗੱਲ ਰੱਖਿਓ। ਦੇਖੋ ਤੁਸੀਂ 2 ਪੁਆਇੰਟ ਕਹਿ ਰਹੇ ਹੋ। मेरा गौरव जी एक सेकंड मेरा इसलिए कहना है कि ये किसान संगठन जड़े हैं, केंद्र सरकार ने तो ओपन की हुई अपनी गल, ते किसान संगठन कर लेना, क्यों नहीं जाते? नहीं जाते ना कि सियासी मंतव इन्हां दे। हाँ नहीं, गल तो हुई है ना सर कि जे बाकी किसान नहीं चाहते, बाकी सरकार नहीं चाहती, कौन नहीं चाहता कि गल ना होवे? दोवें तरह कहने, तुसीं कहने आ जाओ, वो कहने कि सानू बुला लो, ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹੈ। ਚਲੋ ਮੈਂ ਵਾਪਸ ਇਸ ਪੁਆਇੰਟ ਦੇ ਉੱਤੇ ਆਵਾਂਗਾ, ਪਰ ਪਹਿਲਾਂ ਮੈਂ ਇੱਕ ਵਾਰੀ ਬਨੀ ਸੰਧੂ ਜੀ ਦਾ ਰੁਖ ਕਰਨਾ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਦੇਖ ਲਓ ਉਹ ਸਰ ਉਹ ਵੀ ਚਿੱਠੀ ਆਪਣੀ ਦਾ ਜ਼ਿਕਰ ਕਰਦੇ ਨੇ, ਸ਼ਾਇਦ ਮਈ ਦੇ ਵਿੱਚ ਲਿਖੀ ਗਈ ਸੀ। ਬਨੀ ਸੰਧੂ ਜੀ, ਪਹਿਲਾ ਪੁਆਇੰਟ ਦੇਖੋ, ਕਾਂਗਰਸ ਨੂੰ ਲੈ ਕੇ ਬੀਜੇਪੀ ਕਹਿੰਦੀ ਹੈ ਕਿ ਰਾਜੇਵਾਲ ਸਾਹਿਬ ਨੇ ਜੋ ਟਿੱਪਣੀਆਂ ਕੀਤੀਆਂ ਉਸ ਦੇ ਪਿੱਛੇ ਕਾਂਗਰਸ ਆ ਇਸ ਤਰੀਕੇ ਦਾ ਇਲਜ਼ਾਮ ਲਗਾਉਂਦੇ ਨੇ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਬਹੁਤ ਐਕਟਿਵ ਨੇ ਇਸ ਸਮੇਂ। ਬਨੀ ਸੰਧੂ ਜੀ ਬਹੁਤ ਐਕਟਿਵ ਨੇ ਕੈਪਟਨ ਅਮਰਿੰਦਰ ਸਿੰਘ ਕਿਸਾਨੀ ਅੰਦੋਲਨ ਨੂੰ ਲੈ ਕੇ। ਜੇ ਕਿਸਾਨੀ ਅੰਦੋਲਨ ਵਾਲੇ ਪਾਸੇ ਜਾ ਰਹੇ ਹਾਂ ਤਾਂ ਕਿ ਕਾਂਗਰਸ ਦੇ ਕੋਲ ਵੀ ਕੋਈ ਫਾਰਮੂਲਾ ਹੈ? ਨਹੀਂ ਤਾਂ ਕੈਪਟਨ ਸਾਹਿਬ ਨਾ ਪੂਰਾ ਕ੍ਰੈਡਿਟ ਲੈ ਜਾਣ, ਤੁਹਾਨੂੰ ਨਹੀਂ ਲੱਗਦਾ? ਜੇ ਕੋਈ ਪੋਲੀਟੀਕਲ ਲੀਡਰ ਇਸ ਚੀਜ਼ ਨੂੰ ਕ੍ਰੈਡਿਟ ਵਾਰ ਮੰਨ ਰਿਹਾ ਜਾਂ ਕ੍ਰੈਡਿਟ ਲੈਣਾ ਚਾਹੁੰਦਾ ਤਾਂ ਉਹ ਬਹੁਤ ਬਚਕਾਨੀ ਜੀ ਗੱਲ ਹੋਊਗੀ, ਕਿਉਂਕਿ ਜਦੋਂ ਵੀ ਇਹਦੀ ਜਿੱਤ ਹੋਊਗੀ ਇਸ ਕਿਸਾਨੀ ਅੰਦੋਲਨ ਦੀ, ਇਹਦੀ ਜਿੱਤ ਦਾ ਸਿਹਰਾ ਸਿਰਫ ਔਰ ਸਿਰਫ ਉਹ ਕਿਸਾਨ ਵੀਰਾਂ ਦੇ ਸਿਰ ਤੇ ਜਾਂਦਾ ਹੈ ਜਿਨ੍ਹਾਂ ਨੇ ਜੱਦੋ ਜਹਿਦ ਲੜੀ ਹੈ। ਔਰ ਜਿਹੜੇ 600-700 ਸਾਡੇ ਕਿਸਾਨ ਵੀਰ ਸ਼ਹੀਦ ਹੋਏ ਨੇ, ਇਹ ਸਿਹਰਾ ਸਾਰਾ ਕ੍ਰੈਡਿਟ ਉਹਨਾਂ ਦੇ ਸਿਰ ਤੇ ਜਾਊਗਾ। ਹੋਰ ਕੋਈ ਕ੍ਰੈਡਿਟ ਜੇ ਕੋਈ ਲਊਗਾ ਵੀ ਤਾਂ ਉਹ ਬਹੁਤ ਬਚਕਾਨੀ ਗੱਲ ਹੋਊਗੀ, ਪਹਿਲੀ ਗੱਲ। ਦੂਸਰੀ ਗੱਲ,
ਆ ਬੀਜੇਪੀ ਦੇ ਸਪੋਕਸਪਰਸਨ ਬੈਠੇ ਨੇ। ਪਹਿਲਾਂ ਤਾਂ ਦੇਖੋ ਤੁਸੀਂ ਇੰਨਾ ਬੜਾ ਇਸ਼ੂ ਬਣਾ ਰਹੇ ਹੋ ਗੌਰਵ ਜੀ, ਪਹਿਲਾਂ ਤਾਂ ਬੀਜੇਪੀ ਵਾਲੇ ਸਪੋਕਸਪਰਸਨ ਸਾਨੂੰ ਇਹ ਦੱਸਣ ਕਿ ਕੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਇਹਨਾਂ ਦੀ ਕੋਈ ਗੱਲਬਾਤ ਹੋਈ ਹੈਗੀ ਹੈ, ਵੀ ਜਿਹੜਾ ਉਹ ਕਹਿ ਰਹੇ ਨੇ ਵੀ ਮੈਂ ਸੁਲਝਾ ਰਿਹਾ ਹਾਂ, ਤੇ ਕੀ ਇਹਨਾਂ ਦੀ ਕੋਈ ਗੱਲਬਾਤ ਹੋਈ ਵੀ ਹੈ ਕਿ ਨਹੀਂ ਹੈ, ਇਹ ਕਲੈਰੀਫਾਈ ਤਾਂ ਹੋਵੇ। ਉਹ ਤਾਂ ਡਿਨਾਈ ਕਰ ਰਹੇ ਆ ਸਰ, ਉਹ ਤਾਂ ਡਿਨਾਈ ਕਰ ਰਹੇ ਆ, ਉਹ ਕਹਿੰਦੇ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ। ਇਹ ਬੀਜੇਪੀ ਇਜ਼ ਡਿਨਾਈਂਗ ਇਟ। ਬੀਜੇਪੀ ਕਹਿੰਦੀ ਸਾਡੇ ਨਾਲ ਫਿਲਹਾਲ ਕੋਈ ਗੱਲ ਨਹੀਂ ਹੋਈ, ਜਦੋਂ ਪਾਰਟੀ ਬਣਾਉਣਗੇ ਫਿਰ ਅਸੀਂ ਦੇਖਾਂਗੇ। ਨਹੀਂ, ਉਹ ਤਾਂ ਪਾਰਟੀ ਦੀ ਇਸ਼ੂ ਤੇ ਗੱਲ ਕਰ ਰਹੇ ਨੇ ਨਾ, ਉਹ ਤਾਂ ਅਲਾਈਅੰਸ ਦੀ ਗੱਲ ਤੇ ਪੋਲੀਟੀਕਲ ਗੱਲ ਕਰ ਰਹੇ ਨੇ। ਮੈਂ ਇਹਦੀ ਗੱਲ ਕਰ ਰਿਹਾ ਵੀ ਔਨ ਫਾਰਮ ਲਾਜ਼ ਇਹਨਾਂ ਦੀ ਕੋਈ ਗੱਲਬਾਤ, ਕੋਈ ਚੈਨਲਸ ਕੈਪਟਨ ਸਾਹਿਬ ਨਾਲ ਖੁੱਲੇ ਨੇ ਕਿ ਨਹੀਂ ਖੁੱਲੇ, ਇਹ ਤਾਂ ਦੱਸਣ ਨਾ ਪਹਿਲਾਂ ਬੀਜੇਪੀ ਵਾਲੇ। जोशी साहब जवाब देना चाहोगे? हाँ, मैं तो गौरव जी मैं पहले भी किया है, शायद कांग्रेस के प्रवक्ता साहब ने कोल ऑडियो डिस्टर्बेंस होनी, ध्यान नाल गल नहीं सुन पाए कि भी इस किसानी अंदोलन का रेड़का खत्म करने वास्ते न्यूज़ 18 प्रयास कर ले, पंजाब के मुख्यमंत्री चन्नी साहब कर लैन, सुखबीर जी कर लैन, आम आदमी पार्टी के देखो कोई भी कर। गौरव जी एक बड़ी इंटरेस्टिंग ट्विस्ट हैगा बीजेपी दी अप्रोच ਦੇ ਵਿੱਚ ਕਿੰਨਾ ਇੰਟਰਸਟਿੰਗ ਟਵਿਸਟ ਆ ਗਿਆ ਹੈ। ਇਸ ਕਿਸਾਨ ਸੰਗਠਨ ਦੇ ਅੰਦੋਲਨ ਲਈ ਜ਼ਿੰਮੇਵਾਰ ਮੰਨਦੇ ਕਿ ਸਾਡੇ ਨਾਲ ਕੋਈ ਗੱਲਬਾਤ ਨਹੀਂ। ਟਰਮ ਬਹੁਤ ਜ਼ਿਆਦਾ ਦੀ ਕੱਟ ਕਰੋ ਜੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਇੱਕ ਵਾਰੀ ਕੁਝ ਆਡੀਓ ਦੀ ਪ੍ਰੋਬਲਮ ਇਸ ਸਮੇਂ ਲੱਗ ਰਹੀ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਪ੍ਰੋਫੈਸਰ ਸਾਹਿਬ ਦਾ ਰੁਖ ਕਰਦਾ, ਪ੍ਰੋਫੈਸਰ ਮਨਜੀਤ ਜੀ ਸਾਡੇ ਨਾਲ ਨੇ। ਪ੍ਰੋਫੈਸਰ ਸਾਹਿਬ ਤੁਸੀਂ ਬਹੁਤ ਨੇੜੇ ਤੋਂ ਪੂਰੇ ਅੰਦੋਲਨ ਨੂੰ ਦੇਖਿਆ ਹੈ, ਕਿਸਾਨਾਂ ਦੇ ਨਾਲ ਵਿਚਰੇ ਹੋ, ਗੱਲਬਾਤ ਕੀਤੀ ਹੈ, ਵੱਡੇ ਕਿਸਾਨ ਆਗੂਆਂ ਦੇ ਨਾਲ ਵੀ ਤੁਸੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਜ਼ਰ ਆਏ ਹੋ। ਬਹੁਤ ਸਿੱਧਾ ਸਵਾਲ ਹੈ, ਕੋਈ ਵਿਚਾਲੇ ਦਾ ਰਾਹ ਹੈ, ਕੋਈ ਅਜਿਹਾ ਫਾਰਮੂਲਾ ਹੈ ਜਿਸ ਨੂੰ ਕੈਪਟਨ ਇੰਪਲੀਮੈਂਟ ਕਰਕੇ ਇਸ ਪੂਰੇ ਮਸਲੇ ਨੂੰ ਸੁਲਝਾ ਦੇਣ ਜਾਂ ਗੱਲ ਸਿਰੇ ਚੜਾ ਦੇਣ ਜਾਂ ਚੜਵਾ ਦੇਣ? ਬਿਲਕੁਲ ਨਹੀਂ, ਇਹ ਕੈਪਟਨ ਦੀ ਤੇ ਉਹ ਹਾਲਤ ਆ ਕਿ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਟਾਈ। ਇਹਨਾਂ ਨੂੰ ਕਿਹਨੇ ਕਿਹਾ ਕਿ ਤੁਸੀਂ ਸਾਡੇ ਵਿੱਚ ਵਿਚਾਲੇ ਵਿਚੋਲਗੀ ਕਰੋ, ਜਦ ਕਿਸਾਨ ਖੁਦ ਪਾਤ ਡਾਲ ਪੂਰਾ ਸਾਰੀ ਗੱਲ 11 ਮੀਟਿੰਗਾਂ 'ਚ ਡਿਸਕਸ ਕਰ ਚੁੱਕੇ ਆ। ਤੀਜੀ ਮੀਟਿੰਗ 'ਚ ਸਾਰੀ ਡਿਟੇਲ ਜਿਹੜੀ 7-8 ਘੰਟੇ ਮੀਟਿੰਗ ਚੱਲੀ ਸੀਗੀ, ਕੱਲੀ ਗੱਲ ਕਲੌਜ਼ ਬਾਈ ਕਲੌਜ਼ ਡਿਸਕਸ ਹੋ ਚੁੱਕੀ ਸੀਗੀ। ਹੁਣ ਇਹ ਸਾਲ ਬਾਅਦ ਜਦੋਂ ਇਹਨਾਂ ਨੂੰ ਚੀਫ ਮਿਨਿਸਟਰਸ਼ਿਪ ਤੋਂ ਬਾਹਰ ਕੀਤਾ ਤੇ ਪਾਰਟੀ ਨੂੰ ਇਹ ਛੱਡਣ ਨੂੰ ਫਿਰਦੇ ਆ, ਇਹ ਤੇ ਰਾਜਨੀਤਿਕ ਜ਼ਮੀਨ ਤਲਾਸ਼ਦੇ ਫਿਰਦੇ ਆ। ਉਹ ਬੀਜੇਪੀ ਸਾਹਿਬ ਕਹਿ ਰਹੀ ਸਾਡੇ ਨਾਲ ਕੋਈ ਇਹੋ ਜਿਹੀ ਗੱਲੇ ਨਹੀਂ, ਉਹ ਕਹਿੰਦੇ ਮੈਂ ਤੁਹਾਡਾ ਸਾਰਿਆਂ ਦਾ ਮਸਲਾ ਹੱਲ ਕਰ ਦੇਣਾ। ਜਦੋਂ ਇੰਨਾ ਚਿੱਟਾ ਪ੍ਰੋਫੈਸਰ ਸਾਹਿਬ ਕਈ ਵਾਰ ਤੁਹਾਨੂੰ ਵੀ ਪਤਾ ਕਿ ਅੰਦਰ ਖਾਤੇ ਗੱਲਾਂ ਚੱਲਦੀਆਂ ਹੁੰਦੀਆਂ ਨੇ, ਬਾਹਰ ਆ ਕੇ ਨਹੀਂ ਦੱਸੀਆਂ ਜਾਂਦੀਆਂ, ਖਾਸ ਤੌਰ ਤੇ ਜਦੋਂ ਤੱਕ ਗੱਲ ਸਿਰੇ ਨਾ ਚੜ ਜੇ। ਤੁਹਾਨੂੰ ਨਹੀਂ ਲੱਗਦਾ ਕਿ ਅੰਦਰ ਇਸ ਸਮੇਂ ਕੋਈ ਗੱਲਬਾਤ ਚੱਲ ਰਹੀ ਹੈ ਕੈਪਟਨ ਤੇ ਬੀਜੇਪੀ? ਚੱਲੇ ਜੇ ਕੈਪਟਨ ਸਾਹਿਬ ਜਦੋਂ ਇਹਨਾਂ ਨੂੰ ਚੀਫ ਮਿਨਿਸਟਰੀ ਤੋਂ ਬਾਹਰ ਕੀਤਾ ਸੀ, ਜਾ ਕੇ ਘਰ ਬਹਿ ਜਾਂਦੇ ਔਰ ਘਰੋਂ ਜਾ ਕੇ ਐਜ਼ ਇੰਡੀਵਿਜੂਅਲ ਉੱਥੇ ਜਾਂਦੇ ਤੇ ਨਾਲੇ ਐਲਾਨ ਕਰਦੇ ਕਿ ਮੇਰਾ ਸੰਨਿਆਸ ਆ ਹੁਣ ਰਾਜਨੀਤੀ ਤੋਂ, ਮੈਂ ਸਿਰਫ ਤੇ ਸਿਰਫ ਕਿਸਾਨਾਂ ਲਈ ਜਿਹੜਾ ਬਾਕੀ ਦਾ ਜ਼ਿੰਦਗੀ ਲਾਉਂਗਾ, ਕਿ ਕਿਸਾਨਾਂ ਦੇ ਲੀਡਰਾਂ ਨੂੰ ਪਹਿਲਾਂ ਮਿਲਦੇ ਜਾ ਕੇ ਉਹਨਾਂ ਨਾਲ ਗੱਲ ਕਰਦੇ ਵੀ ਮੈਨੂੰ ਦੱਸੋ ਮੈਂ ਤੁਹਾਡੀ ਵਿਚੋਲਗੀ ਕਰਾਂ। ਉਹ ਜੇ ਯੈਸ ਕਹਿੰਦੇ ਤੇ ਕਰਦੇ। ਹੁਣ ਨਾ ਤੇ ਇਹਨਾਂ ਦਾ ਸਾਫ਼ ਪਤਾ ਹੀ, ਉਹਦੇ ਪਾਰਟੀਆਂ ਬਣਾਉਂਦੇ ਫਿਰਦੇ ਆ, ਪ੍ਰੈਸ ਕਾਨਫਰੰਸਾਂ ਕਰਦੇ ਫਿਰਦੇ ਆ, 117 ਸੀਟਾਂ ਤੇ ਚੋਣਾਂ ਲੜਦੇ ਫਿਰਦੇ ਆ, ਮਹਾਜ ਬਣਾਉਂਦੇ ਫਿਰਦੇ ਆ, ਤੇ ਨਾਲ ਕਿਸਾਨਾਂ ਦੇ ਮਸਲਿਆਂ ਦੀ ਗੱਲ ਕਰਦੇ ਫਿਰਦੇ। ਇਹਦਾ ਅਰਥ ਕੀ ਨਿਕਲਦਾ ਹੈ? ਤੇ ਸਾਫ਼ ਆਪਣੀ ਪ੍ਰਪੋਜ਼ਲ ਨੂੰ ਆਪ ਹੀ ਟਾਰਪੀਡੋ ਕਰ ਰਹੇ ਆ। ਕੋਈ ਐਡਾ ਬੇਵਕੂਫ ਕਿਹੜਾ ਹੈ ਗੌਰਵ ਜੀ ਇਸ ਧਰਤੀ ਦੇ ਉੱਤੇ ਕਿ ਉਹ ਕਿਸ ਕੰਮ ਲਈ ਜਾਂਦੇ ਆ, ਕਿਹਨੂੰ ਨਹੀਂ ਪਤਾ। ਉਹ ਤੇ ਆਪਣੇ ਮਸਲੇ ਹੱਲ ਕਰਨ ਲਈ, ਆਪਣੀ ਰਾਜਨੀਤਿਕ ਇੱਥੇ ਕੋਈ ਛਵੀ ਨੂੰ ਬਰਕਰਾਰ ਕਰਨ ਲਈ ਔਰ ਸਿੱਧੂ ਨੂੰ ਮਜ਼ਾ ਚਖਾਉਣ ਲਈ ਔਰ ਹੁਣ ਵਾਲੀ ਕਾਂਗਰਸ ਦੇ ਦੰਦ ਖੱਟੇ ਕਰਨ ਲਈ ਜਾ ਰਹੇ ਆ। ਉਹ ਤੇ ਆਪਣੇ ਜ਼ਹਿਰ ਦੇ ਭਰੇ, ਗੁੱਸੇ ਦੇ ਭਰੇ, ਇੱਕ ਬਦਲੇਖੋਰੀ ਦੀ ਭਾਵਨਾ ਨਾਲ ਔਰ ਥਾਪੜਾ ਅਮਿਤ ਸ਼ਾਹ ਤੋਂ ਲੈ ਕੇ ਇਸ ਕੰਮ ਲਈ ਜਾ ਰਹੇ ਆ। ਕਿਸਾਨਾਂ ਦਾ ਉਹਨਾਂ ਨੂੰ ਕਿੱਥੇ ਚਿੰਤਾ ਆ? ਜਦੋਂ ਚੀਫ ਮਿਨਿਸਟਰ ਸੀ ਉਦੋਂ ਕਿਉਂ ਨਹੀਂ ਕੀਤਾ? ਉਦੋਂ ਤਾਂ ਪੂਰੇ ਪੰਜਾਬ ਦੇ ਚੀਫ ਮਿਨਿਸਟਰ ਸੀ ਨਾ, ਉਦੋਂ ਤਾਂ ਪਾਰਟੀ ਦੇ ਨੁਮਾਇੰਦੇ ਨਹੀਂ ਸੀ। ਹੁਣ ਜਦੋਂ ਇਹਨਾਂ ਦੀ ਪੂਰੀ ਇੱਕ ਵੈਲਿਡਿਟੀ ਸੀ, ਇੱਕ ਰਿਸਪੈਕਟੇਬਿਲਟੀ ਸੀ, ਉਦੋਂ ਤੇ ਕੀਤਾ ਨਹੀਂ। ਹੁਣ ਸਾਰਿਆਂ ਨੂੰ ਪਤਾ ਵੀ ਇਹ ਕਰ ਕੀ ਰਹੇ ਆ। ਨਹੀਂ, ਇੱਕ ਸੈਕਿੰਡ ਸਰ, ਮੈਂ ਅਗਲੇ ਸਵਾਲ ਦੇ ਵੱਲ ਵਧਾਂ। ਦੇਖੋ ਭਰੋਸਾ ਨਹੀਂ ਕਰਨਾ, ਦੇਖੋ ਬਹੁਤ ਜ਼ਰੂਰੀ ਹੁੰਦਾ ਹੈ ਕਿ ਚਰਚਾ ਦੇ ਵਿੱਚ ਸਾਰੇ ਇਸ਼ੂਜ਼ ਔਰ ਸਾਰੇ ਬਿੰਦੂਆਂ ਤੇ ਆਪਾਂ ਗੱਲ ਕਰ ਸਕੀਏ। ਪ੍ਰੋਫੈਸਰ ਸਾਹਿਬ ਮੈਂ ਇਹ ਵੀ ਸਮਝਣਾ ਚਾਹੁੰਦਾ ਕਿ ਜੇਕਰ ਕੋਈ ਸ਼ਖਸ ਇਸ ਪੂਰੇ ਮਸਲੇ ਨੂੰ ਹੱਲ ਕਰਵਾ ਦੇਵੇ ਤੇ ਉਸ ਨੂੰ ਇਸ ਦਾ ਕ੍ਰੈਡਿਟ ਮਿਲ ਜਾਏ ਔਰ ਸਿਆਸੀ ਤੌਰ ਤੇ ਉਹ ਇਸ ਦਾ ਲਾਹਾ ਚੁੱਕ ਜਾਏ, ਤਾਂ ਫਿਰ ਪ੍ਰੋਬਲਮ ਕੀ ਹੈ? ਹਰ ਚੀਜ਼ ਦਾ ਨਫਾ ਨੁਕਸਾਨ ਹੁੰਦਾ ਹੈ। ਅਮਿਤ ਸ਼ਾਹ ਜੀ ਤੇ ਮੋਦੀ ਜੀ ਖੁਦ ਕ੍ਰੈਡਿਟ ਕਿਉਂ ਨਹੀਂ ਲੈਂਦੇ ਪਈ?
ਉਹਨਾਂ ਨੂੰ ਕ੍ਰੈਡਿਟ ਚੰਗਾ ਨਹੀਂ ਲੱਗਦਾ? ਨਹੀਂ ਉਹ ਇੱਕ ਅਲੱਗ ਇਸ਼ੂ ਹੈ ਨਾ, ਆਪਾਂ ਕੈਪਟਨ ਦੇ ਉੱਪਰ ਸੀਮਿਤ ਰਹੀਏ, ਉਹ ਕਿਉਂ ਨਹੀਂ ਲੈ ਰਹੇ ਹੁਣ ਉਹ ਜਾਣਨ, ਕੈਪਟਨ ਚਾਹੁੰਦੇ ਨੇ ਤਾਂ ਕੀ ਪ੍ਰੋਬਲਮ ਹੈ? ਮੇਰੇ ਵੀਰ ਕਿਸਾਨਾਂ ਨੂੰ ਕੋਈ ਹਰਜ ਨਹੀਂ ਹੈ। ਮੈਂ ਆਪਣੇ ਅਧਿਆਪ ਤੇ ਕਹਿੰਦਾ ਕਿਸਾਨ ਆਪਣੇ ਤੌਰ ਤੇ ਦੱਸ ਦੇਣ, ਅੱਜ ਇਹ ਹੁਮ ਹਮਾ ਕੇ ਕਹਿਣ ਕਿ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ, ਬੀਜੇਪੀ ਕਹੇ, ਔਰ ਅਸੀਂ ਸਾਰੇ ਤਿੰਨੇ ਕਾਨੂੰਨ ਅਨਕੰਡੀਸ਼ਨਲੀ ਵਾਪਸ ਲੈਂਦੇ ਆ, ਔਰ ਜਿਹੜੀ ਐਮਐਸਪੀ ਆ ਉਹਦਾ ਅਸੀਂ ਭਰੋਸਾ ਦਿੰਦੇ ਆ। ਇਹ ਹਾਰ ਪਾਉਣਗੇ ਮੋਦੀ ਜੀ ਦੇ ਗੱਲ? ਸਾਡਾ ਕੋਈ ਨਿੱਜੀ ਵੈਰ ਹੈ ਕਿਸੇ ਨਾਲ? ਉਹ ਸਾਡੇ ਪ੍ਰਧਾਨ ਮੰਤਰੀ ਆ, ਉਹ ਸਾਡੇ ਹੋਮ ਮਿਨਿਸਟਰ ਆ, ਉਹ ਇਹੋ ਜਿਹੇ ਵਿਚੋਲੀਏ ਜਿਹੜੇ ਕਿ ਡਿਸਕ੍ਰੈਡਿਟ ਹੋ ਚੁੱਕੇ ਆ, ਜਿਹੜੇ ਡਿਸਕ੍ਰੈਡਿਟ ਹੋ ਚੁੱਕੇ, ਜਿਹਨਾਂ ਨੂੰ ਤੁਹਾਨੂੰ ਲੱਗ ਰਿਹਾ ਕਿ ਰੱਦ ਕਰਨ ਤੋਂ ਸਿਵਾ ਹੋਰ ਕੋਈ ਹੱਲ ਹੈ ਨਹੀਂ, ਕਿ ਕੈਪਟਨ ਜ਼ੋਰ ਲਗਾ ਲੈਣ, ਕੋਈ ਵੀ ਜ਼ੋਰ ਲਗਾ ਲਵੇ, ਰੱਦ ਕਰਨ ਵਾਲਾ ਸਟੈਂਡ ਕਲੀਅਰ ਹੈ? ਮੇਰੇ ਗੌਰਵ ਵੀਰ ਜੀ, ਮੈਂ ਇੰਨੀ ਗੱਲ ਕਹਿ ਰਿਹਾ ਵੀ ਤੁਸੀਂ ਆਪ ਖੁਦ ਕਹਿੰਦੇ ਮਈ ਦੀ ਚਿੱਠੀ ਲਿਖੀ, ਤੁਸੀਂ ਗੱਲ ਤੇ ਸ਼ੁਰੂ ਕਰੋ। ਉਹ ਤਾਂ ਗੱਲ ਹੀ ਨਹੀਂ ਕਰਨਾ ਚਾਹੁੰਦੇ ਆ ਬੀਜੇਪੀ ਵਾਲੇ। ਵਨੀਤ ਜੀ ਹੁਣ ਉਂਝ ਹੀ ਕਹੀ ਜਾਂਦੇ ਆ ਜੀ ਤੁਹਾਨੂੰ ਬੁਲਾ ਰਹੇ ਆ, ਫਿਰ ਇਹ ਜਾ ਨਹੀਂ ਰਹੇ, ਇਹ ਨਹੀਂ ਜਾ ਰਹੇ, ਇਹ ਤੇ ਚਿੱਠੀ ਲਿਖੀ ਆ। ਵਨੀਤ ਜੀ ਜਵਾਬ ਦੇ ਦਿਓ, ਗੱਲ ਤੇ ਸ਼ੁਰੂ ਕਰੋ। ਵਨੀਤ ਜੀ ਜਵਾਬ ਦੇ ਦਿਓ। जोशी ये आवाज आ रही है मेरी? हाँ जी, तुम्हारी आवाज आ रही है। मनजीत जी ने आखिरी लाइन की बोली, एक बार दस दोगे मैनू जरा? नहीं ਉਹ ਇਹੀ ਪੁਆਇੰਟ ਕਹਿ ਰਹੇ ਨੇ ਕਿ ਮਈ ਵਾਲੀ ਚਿੱਠੀ ਤੁਹਾਡੇ ਸਾਹਮਣੇ ਆ, ਤੁਸੀਂ ਵਾਰ-ਵਾਰ ਕਹੀ ਜਾ ਰਹੇ ਹੋ ਬੁਲਾ ਲਓ ਗੱਲ ਕਰ ਲਓ, ਆ ਜਾਓ ਗੱਲ ਕਰ ਲਓ। ਉਹ ਕਹਿ ਰਹੇ ਕਿ ਬੜਾ ਕਲੀਅਰ ਹੈ ਕਿ ਉਹ ਤਾਂ ਕਹਿ ਰਹੇ ਕਿ ਬੁਲਾਓ ਸਾਨੂੰ, ਅਸੀਂ ਗੱਲ ਕਰ ਲਾਂਗੇ, ਸਵੇਰੇ ਗੱਲ ਕਰ ਲੈਂਦੇ ਹਾਂ, ਕਿ ਕਿਸਾਨ ਤਾਂ ਲਗਾਤਾਰ ਇਹ ਜ਼ਿਕਰ ਕਰ ਰਹੇ। गौरव जी मेरी बेनती है कि भी प्रोफैसर मनजीत जी ना मेरा बड़ा प्यार है, 6-7 साल तो डिबेटा सांझी कर रहे हैं, कभी कम्युनिस्ट रूप च, कभी आम आदमी पार्टी लीडर के रूप च, ते हुण सियासी माहिर के रूप च। इन्हां दा एंटी बीजेपी एजेंडा है, इन्होंने हमेशा ही बीजेपी के खिलाफ गल कहनी है। मेरी बेनती है, पब्लिक डोमेन च है, तोमर साहब की गल पब्लिक डोमेन च है, आखिरी मीटिंग च उन्होंने कहा कि साडी चिट्ठी तुहाडे कोल है, सद्दा साडा खुला, तुसीं कद दोबारा गलबात करनी है। इस तो अलावा अलग-अलग समय ते पिछले 8-9 दिन पहले भी वो बोले हैं कि साडे हमेशा ही खुले ने, दसो कद आना, असीं बैठे हैं। ਹੁਣ ਗੱਲ ਤਾਂ ਇਹ ਹੈ ਕਿ ਕਿਸਾਨ ਸੰਗਠਨਾਂ ਨੇ ਮਨ ਬਣਾਉਣਾ ਹੈ, ਔਰ ਕਿਸਾਨ ਸੰਗਠਨ ਸਿਆਸੀ ਮੰਤਵ ਨਾਲ ਕੰਮ ਕਰ ਰਹੇ। ਮੈਂ ਇਸ ਤੋਂ ਪਹਿਲੇ 2 ਮਿੰਟ ਪਹਿਲੇ ਬੋਲੇ ਤਾਂ ਆਪਣੀ ਗੱਲ ਐਕਸਪਲੇਨ ਕਰ ਚੁੱਕੇ ਹਾਂ। ਸੋ ਇਹ ਕਿਤੇ ਨਾ ਕਿਤੇ ਸਮਾਜ ਦੇ ਉਹਨਾਂ ਲੋਕਾਂ ਨੂੰ, ਮੈਂ ਕਹਿੰਦਾ ਪ੍ਰੋਫੈਸਰ ਮਨਜੀਤ ਜੀ ਕੈਪਟਨ ਅਮਰਿੰਦਰ ਜਿਹੜਾ 9 ਸਾਲ ਮੁੱਖ ਮੰਤਰੀ ਰਹਿ ਗਏ, ਉਹਨੂੰ ਵਿਚੋਲੀਆ ਕਹਿੰਦੇ ਪਏ ਹੈ, ਤੇ ਉਹ ਲੋਕ ਕਹਿ ਰਹੇ ਆ ਜਿਸ ਪੈਨਲ 'ਚ ਬੈਠੇ ਜਿਨ੍ਹਾਂ ਲੋਕਾਂ ਚੁਣਾਵ ਨਹੀਂ ਲੜਿਆ, ਮੈਂ ਵੀ ਨਹੀਂ ਲੜਿਆ, ਉਹ ਲੋਕ ਵਿਚੋਲੀਆ ਸੁਣ ਰਹੇ ਨੇ ਉਹਨੂੰ ਕਹਿੰਦੇ ਹੋਏ। ਮੈਂ ਕਹਿੰਦਾ ਜੀ ਉਹ ਕੈਪਟਨ ਅਮਰਿੰਦਰ ਜਗ੍ਹਾ ਪ੍ਰੋਫੈਸਰ ਮਨਜੀਤ ਜੀ ਇੱਕ ਕਰ ਲੈਣ, ਵਿੱਚ ਬਾਜਣ ਇੱਕ ਕਰ ਲੈਣ, ਕੰਪਰੋਮਾਈਜ਼ ਕਰਾ, ਨਿਊਜ਼ 18 ਕਰਵਾ ਦੇ। ਤੁਸੀਂ ਨਿੱਜੀ ਨਾ ਕਰਿਆ ਕਰੋ, ਤੁਸੀਂ ਵਨੀਤ ਜੀ ਕੋਈ ਗੱਲ ਕਰਨ ਦੀ ਜਗ੍ਹਾ ਤੁਸੀਂ ਹੋਰ ਹੀ ਨਿੱਜੀ ਅਟੈਕ ਕਰੀ ਜਾਂਦੇ ਰਹਿੰਦੇ ਆ। ਇਹ ਬੰਦ ਕਰੋ, ਇਹ ਚੰਗਾ ਨਹੀਂ ਲੱਗਦਾ ਤੁਹਾਡੇ ਸਟੇਚਰ ਤੇ ਬੰਦੇ ਨੂੰ, ਇਹ ਠੀਕ ਨਹੀਂ ਹੈਗਾ। ਨਿੱਜੀ ਗੱਲਾਂ ਨਾ ਕਰਿਆ ਕਰੋ, ਗੱਲ ਕਰੋ ਤੁਸੀਂ। ਚਲੋ ਠੀਕ ਹੈ ਮਨਜੀਤ ਜੀ, ਅੱਗੇ ਤੋਂ ਧਿਆਨ ਰੱਖਾਂਗੇ, ਕੋਈ ਗੱਲ ਨਹੀਂ। ਚਲੋ ਪੋਲੀਟੀਕਲ ਮੰਤਵ ਦਾ ਜ਼ਿਕਰ ਹੋ ਰਿਹਾ, ਪੰਦੇਰ ਸਾਹਿਬ ਤੁਸੀਂ ਰਿਐਕਟ ਕਰ ਦਿਓ ਇਸ ਦੇ ਉੱਤੇ। ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦਾ ਲੱਗਦਾ ਕਿ ਉਹਨਾਂ ਦੇ ਸਿਆਸੀ ਮਫਾਦ ਇਸ ਦੇ ਨਾਲ ਜੁੜੇ ਹੋਏ ਨੇ? ਬੀਜੇਪੀ ਤਾਂ ਲਗਾਤਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ, ਕਿਸਾਨ ਲੀਡਰਾਂ ਦੇ ਖਾਸ ਤੌਰ ਤੇ ਸਿਆਸੀ ਮਫਾਦ ਨੇ ਇਸ ਦੇ ਵਿੱਚ। ਦੇਖੋ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਜੋਸ਼ੀ ਜੀ ਕਹਿੰਦੇ ਨੇ। ਦੇਖੋ ਇੱਕ ਗੱਲ ਹੈਗੀ ਆ, ਜਦੋਂ ਦਾ ਅੰਦੋਲਨ ਚੱਲਿਆ ਪਹਿਲੇ ਦਿਨ ਤੋਂ ਇਹ ਸਾਰੀਆਂ ਜਥੇਬੰਦੀਆਂ ਲਗਭਗ ਅਸੀਂ ਉਦੋਂ ਲੈ ਲਿਆ ਸੀ, ਇਹ ਲਿਆ ਸੀ ਪਲੇ ਵੀ ਕੋਈ ਬੰਦਾ ਸਾਡੇ ਆ ਕੇ ਸਟੇਜ ਤੋਂ ਨਹੀਂ ਬੋਲੂਗਾ, ਸਿਆਸੀ ਬੰਦਾ। ਅਜੇ ਤੱਕ ਅਸੀਂ ਕਦੀ ਸਟੇਜ ਤੋਂ ਕਿਸੇ ਸਿਆਸੀ ਬੰਦੇ ਨੂੰ ਬੁਲਾਇਆ ਨਹੀਂ ਹੈ। ਉਦਾਂ ਆ ਜੇ ਚੱਲ ਜੇ ਨਾ ਚੱਲ ਜੇ ਉਹ ਅੱਡ ਇਸ਼ੂ ਆ। ਅਸੀਂ ਇਹਨੂੰ ਗੈਰ ਸਿਆਸੀ ਰੱਖਿਆ। ਸਾਨੂੰ ਪਤਾ ਸੀ ਵੀ ਜੇ ਐ ਹੋਇਆ ਤੇ ਬਹੁਤ ਜ਼ਿਆਦਾ ਸਰਕਾਰ ਚਾਹੁੰਦੀ ਨਹੀਂ ਹੈ, ਪਰ ਉਹ ਇਸ ਬਹਾਨੇ, ਇਸ ਆੜ ਦੇ ਵਿੱਚ ਸਾਨੂੰ ਨਿਸ਼ਾਨਾ ਕਰੂਗੀ। ਹਾਲੇ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ, ਫਿਰ ਵੀ ਜਿਹੜਾ ਵਾ ਆਰੋਪ ਲੱਗ ਰਹੇ ਨੇ। ਉਹ ਕਹਿੰਦੇ, ਮੈਂ ਤਾਂ ਤੁਹਾਡੇ ਸਾਹਮਣੇ ਕਹਿੰਦਾ, ਉਹ ਲਾਸਟ ਮੀਟਿੰਗ 'ਚ ਆਪ ਹੁੰਦੇ ਤੇ ਪਤਾ ਲੱਗਦਾ। ਤੋਮਰ ਜੀ 3.5 ਘੰਟਿਆਂ ਬਾਅਦ ਆਏ, 3.5 ਘੰਟੇ ਬਾਅਦ ਆ ਕੇ ਉਹਨਾਂ ਨੇ ਕਹਿਤਾ ਵੀ ਸਾਡੀ ਲਾਸਟ ਮੀਟਿੰਗ ਹੈ ਇਹ, ਤੇ ਸਾਡਾ ਇਹ ਪ੍ਰਸਤਾਵ ਆ। ਜੇ ਭਈ ਇਹ ਮੰਨਣਾ ਤੇ ਤੁਹਾਡੇ ਨਾਲ ਅਸੀਂ ਗੱਲ ਕਰ ਲੈਨੇ, ਨਹੀਂ ਮੰਨਣਾ ਤੇ ਨਹੀਂ ਕਰਦੇ, ਉਹ ਕਹਿ ਕੇ ਗਏ ਸੀਗੇ। ਠੀਕ ਆ। ਇਹ ਤੋਂ ਬਾਅਦ ਉਹ ਕਹਿੰਦੇ, ਮੈਂ ਤਾਂ ਕਹਿੰਦਾ ਨਿਊਜ਼ 18 ਵਾਲੇ ਸੱਦ ਲੈਣ, ਉਹ ਕਹਿੰਦੇ ਸੱਦ ਲੈਣ, ਚਿੱਠੀ ਮੰਗਾ ਲਓ ਤੋਮਰ ਜੀ ਕੋ, ਤੁਸੀਂ ਤੁਹਾਡੇ ਟੇਬਲ ਤੇ ਆ ਜੇ, ਟਾਈਮ ਉਹਨਾਂ ਦਾ, ਡੇਟ ਉਹਨਾਂ ਦੀ, ਜਗ੍ਹਾ ਉਹਨਾਂ ਦੀ, ਅਸੀਂ ਆ ਜਾਾਂਗੇ, ਅਸੀਂ ਸਾਰਿਆਂ ਨੂੰ ਰਾਜੀ ਕਰ ਲਾਂਗੇ। ਜਦੋਂ ਤੁਸੀਂ ਸੱਦਾ ਦੇਣਾ ਹੀ ਨਹੀਂ, ਤੁਸੀਂ ਐਡੇ ਵੱਡੇ ਨੈਸ਼ਨਲ ਚੈਨਲ ਤੇ ਖਾਮਖਾ ਕੇ ਗੱਲਾਂ ਕਰਦੇ, ਇਹ ਕੋਈ ਵਾਜਬ ਨਹੀਂ ਹੁੰਦੀਆਂ। ਅਸਲ ਵਿੱਚ ਗੱਲ ਉਹੀ ਹੁੰਦੀ ਆ, ਤੁਸੀਂ ਖੱਬੇ ਜਾਓ ਸੱਜੇ ਜਾਓ, ਜਿੰਨਾ ਨਾਲ ਜਿਹੜੀ ਧਿਰ ਸੰਘਰਸ਼ ਕਰ ਰਹੀ ਆ ਉਹ ਵੀ ਕਲੀਅਰ ਕੱਟ ਆ। ਕਿਤੇ ਹੁੰਦਾ ਵੀ ਸਾਨੂੰ ਚਿਹਰਾ ਨਹੀਂ ਲੱਭਦਾ, ਕਲੀਅਰ ਕੱਟ ਸੰਗਠਨ ਨੇ, ਆਹ ਸੰਗਠਨ ਲੜ ਰਹੇ ਨੇ, ਇਹਨਾਂ ਨੂੰ ਪਹਿਲੋਂ ਵੀ ਸੱਦਿਆ ਗਿਆ।
ਸਰਕਾਰ ਵੀ ਸਾਡੇ ਸਾਹਮਣੇ ਹੈਗੀ ਆ। ਉਹ ਗੱਲ ਕਦੋਂ ਉਹਨੇ ਗੱਲਬਾਤ ਨਹੀਂ ਕਿਹਾ, ਗੱਲਬਾਤ ਸਿਰੇ ਲੱਗਦੀ ਆ ਨਹੀਂ ਲੱਗਦੀ ਆ ਦੂਸਰੀ ਗੱਲ ਹੁੰਦੀ ਆ, ਪਰ ਉਹ ਗੱਲਬਾਤ ਪਤਾ ਲੱਗਦਾ ਵੀ ਸਰਕਾਰ ਦਾ ਆਫੀਸ਼ੀਅਲ ਇਸ ਵੇਲੇ ਰਵੱਈਆ ਕੀ ਆ। ਠੀਕ ਹੈ ਜੀ, ਵਿਅਕਤੀਗਤ ਮੈਂ ਵੀ ਕੋਈ ਇਕੱਲਾ ਫੈਸਲਾ ਨਹੀਂ ਕਰ ਸਕਦਾ, ਮੇਰਾ ਸੰਗਠਨ ਨਹੀਂ ਕਰ ਸਕਦਾ, ਨਾ ਕੋਈ ਕਰ ਸਕਦਾ। ਕੋਈ ਸਾਂਝੇ ਫੈਸਲੇ ਹੋਣੇ ਹੁੰਦੇ ਆ ਤੇ ਕਿਸੇ ਪਲੇਟਫਾਰਮ ਤੇ ਜਾ ਕੇ ਹੋਣੇ ਹੁੰਦੇ ਆ। ਇਸ ਕਰਕੇ ਠੀਕ ਹੈ, ਤੁਸੀਂ ਇਹ ਲਗਾਤਾਰ ਇਹੀ ਪੁਆਇੰਟ ਆਪਣੇ ਸਾਹਮਣੇ ਆ ਰਿਹਾ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਆਪਾਂ ਬਹੁਤ ਸਾਰੀਆਂ ਡਿਬੇਟਸ ਆਲਰੇਡੀ ਇਸ ਪੂਰੇ ਮੁੱਦੇ ਉੱਤੇ ਕਰ ਚੁੱਕੇ ਹਾਂ। ਫਿਰ ਘੁੰਮ ਫਿਰ ਕੇ ਗੱਲ ਆ ਜਾਂਦੀ ਹੈ ਕਿ ਦੋਵੇਂ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਬੁਲਾ ਰਹੇ ਹਾਂ, ਤੁਸੀਂ ਆ ਜਾਓ, ਗੱਲ ਕਰੋ, ਅਸੀਂ ਤਿਆਰ ਹਾਂ। ਗੱਲ ਕਿਵੇਂ ਸ਼ੁਰੂ ਹੋਏਗੀ? ਮੈਂ ਇੱਕ ਜੋਸ਼ੀ ਦਾ ਸਟੇਟਮੈਂਟ ਲੈਣਾ, ਉਸ ਤੋਂ ਬਾਅਦ ਸੰਧੂ ਸਾਹਿਬ ਮੈਂ ਤੁਹਾਡੇ ਕੋਲ ਆਣਾ। ਵਿਨੀਤ ਜੋਸ਼ੀ ਕੁਝ ਕਹਿਣਾ ਚਾਹ ਰਹੇ ਨੇ। ਮੇਰੀ ਨਾ ਪੰਦੇਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਪੰਦੇਰ ਸਾਹਿਬ ਤੁਹਾਡਾ ਆਪ ਜੀ ਦਾ ਚੰਗਾ ਸਥਾਨ ਹੈ ਕਿਸਾਨ ਸੰਗਠਨਾਂ ਦੇ ਅੰਦਰ, ਸੰਯੁਕਤ ਕਿਸਾਨ ਮੋਰਚੇ ਦੇ ਅੰਦਰ। ਮੇਰੀ ਆਪ ਜੀ ਨੂੰ ਬੇਨਤੀ ਹੈ, ਰਾਜੇਵਾਲ ਸਾਹਿਬ ਨੇ ਜਿਹੜੀ ਕਿਸਾਨ ਕਚਹਿਰੀ ਲਗਾਈ ਸੀ, ਉਸ ਕਿਸਾਨ ਕਚਹਿਰੀ 'ਚ ਜਿਹਨਾਂ ਨੇ ਆਪੋਜੀਸ਼ਨ ਪਾਰਟੀਆਂ ਨੂੰ ਰੈਲੀ ਕਰਨ ਤੋਂ ਮਨਾ ਕੀਤਾ ਸੀ ਔਰ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਰੈਲੀਆਂ ਕਰਨਾ ਅਲਾਉ ਕਰਤਾ ਸੀਗਾ, ਤੇ ਇਸ ਤੋਂ ਕਿਆ ਤੁਹਾਡੇ ਸਿਆਸੀ ਮੰਤਵ ਸਾਫ਼ ਨਹੀਂ ਹੁੰਦੇ? ਤੁਸੀਂ ਇਸ ਗੱਲ ਦਾ ਪਲੀਜ਼ ਮੇਰੀ ਗੱਲ ਦਾ ਜਵਾਬ ਦੇ ਦਿਓ। ਪੰਦੇਰ ਸਾਹਿਬ ਬਿਲਕੁਲ ਨਹੀਂ ਕਿਸੇ ਨੇ ਵੀ ਨਹੀਂ ਕਿਹਾ ਸੀਗਾ ਜੀ। ਇਹ ਤੋਂ ਬਾਅਦ ਜੇ ਉਹਨਾਂ ਨੇ ਕਿਹਾ ਤੇ ਉਹ ਰਾਜੇਵਾਲ ਸਾਹਿਬ ਦੀ ਤੁਸੀਂ ਲਾਈਨ ਸੁਣੋ, ਜਦੋਂ ਬੀਬੀ ਪ੍ਰਨੀਤ ਕੌਰ ਸਮਰਾਲੇ ਪ੍ਰੋਗਰਾਮ ਕਰਨ ਆਏ ਸੀਗੇ, ਉਹਨਾਂ ਕਿਹਾ ਵੀ ਅਸੀਂ ਕਿਹਾ ਵੀ ਸਰਕਾਰੀ ਤੁਸੀਂ ਕੋਈ ਆਪਣੇ ਅਫਸਰ ਘੱਲ ਕੇ ਕਰ ਲਓ। ਉਦੋਂ ਬਾਅਦ ਪ੍ਰਨੀਤ ਕੌਰ ਨੂੰ ਇਹ ਕਿਹਾ ਸੀ ਵੀ ਜੇ ਨਹੀਂ ਪ੍ਰਨੀਤ ਕੌਰ ਜੀ ਸਿਆਸੀ ਰੈਲੀ ਕਰਨਗੇ ਉਹਨਾਂ ਦਾ ਵੀ ਵਿਰੋਧ ਕਰਾਂਗੇ। ਤੁਸੀਂ ਦੇਖ ਲਓ ਸਭ ਤੋਂ ਵੱਧ ਵਿਰੋਧ ਕਾਂਗਰਸ ਦਾ ਵੀ ਹੋਇਆ ਬਹੁਤ ਸਾਰੇ ਥਾਵਾਂ। ਤੁਹਾਨੂੰ ਮੈਂ ਕੱਲੀ ਗੱਲ ਦੱਸ ਦੇਣਾ, ਐ ਨਹੀਂ ਹੈਗਾ ਅਸੀਂ ਉੱਪਰਲੀ ਮੈਂ ਬੈਠਾ ਨਾ, ਪੂਰੇ ਦੇਖੋ ਸੰਯੁਕਤ ਮੋਰਚੇ ਸਾਰੀਆਂ ਜਥੇਬੰਦੀਆਂ ਨੂੰ ਪੂਰੇ ਦਾਅਵੇ ਨਾਲ ਸਾਡੇ ਲਈ ਕੋਈ ਸਿਆਸੀ ਪਾਰਟੀ ਮਹੱਤਵ ਨਹੀਂ ਰੱਖਦੀ, ਕੋਈ ਘੱਟ ਨਹੀਂ ਰੱਖਦੀ, ਸਾਡੇ ਲਈ ਸਾਰੇ ਇੱਕੋ ਜਿਹੇ ਨੇ, ਕੋਈ ਰੌਲਾ ਨਹੀਂ ਹੈਗਾ। ਤੁਸੀਂ ਗੱਲਬਾਤ ਲਈ ਸੱਦੇ ਲਈ ਆਹ ਗੱਲ ਥੋੜੀ ਡਿੱਕਾ ਹੋਣੀ ਚਾਹੀਦੀ ਹੈ। ਸਿਆਸੀ ਗੱਲਾਂ ਤੁਸੀਂ ਕਹੀ ਜਾਓ ਜਿੰਨਾ ਮਰਜ਼ੀ ਸਾਨੂੰ, ਇਹ ਠੀਕ ਹੈ, ਸਾਡਾ 20 ਸਾਲ ਦਾ ਪੰਜਾਬ 'ਚ ਰਿਕਾਰਡ ਆ। ਤੁਸੀਂ ਬਾਕੀ ਜਥੇ ਅਸੀਂ ਤਾਂ ਜਾਂਦੇ ਹੀ ਨਹੀਂ ਵੋਟਾਂ ਦੇ ਵਿੱਚ, ਕਿਹਨੂੰ ਪਾਉਣੀ ਕਿਹਨੂੰ ਨਹੀਂ ਪਾਉਣੀ, ਹਰ ਜਥੇ ਦਾ ਆਪਣਾ ਕੱਲਾ ਹੈਗਾ। ਜੋਸ਼ੀ ਜੀ ਛੋਟਾ ਜਿਹਾ ਸਟੇਟਮੈਂਟ, ਛੋਟਾ ਜਿਹਾ, ਸੰਧੂ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਹਾਂਜੀ ਪੰਦੇਰ ਸਾਹਿਬ, ਰਾਜੇਵਾਲ ਸਾਹਿਬ ਨੇ ਜੋ ਕਿਹਾ ਉਹ ਸਾਰੇ ਸਾਹਮਣੇ ਹੈ। ਉਸ ਤੋਂ ਬਾਅਦ ਕਾਂਗਰਸ ਦੇ 4 ਪ੍ਰੋਗਰਾਮ ਹੋਏ, ਕਿਤੇ ਕੋਈ ਰੁਕਾਵਟ ਨਹੀਂ ਹੋਈ, ਇਹ ਵੀ ਸਮਾਜ ਦੇ ਸਾਹਮਣੇ ਹੈ। ਤੁਸੀਂ ਰਾਜੇਵਾਲ ਸਾਹਿਬ ਨਾਲ ਐਗਰੀ ਨਹੀਂ ਕਰਦੇ ਹੋਗੇ, ਪਰ ਰਾਜੇਵਾਲ ਸਾਹਿਬ ਸੰਯੁਕਤ ਕਿਸਾਨ ਮੋਰਚਾ ਦੇ ਬਿਹਾਫ ਤੇ ਫਰਮਾਨ ਜਾਰੀ ਕਰਕੇ ਗਏ ਸੀਗੇ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਪਰ ਮੈਂ ਪਹਿਲਾਂ ਇੱਕ ਵਾਰੀ ਸੰਧੂ ਸਾਹਿਬ ਦਾ ਠੀਕ ਹੈ। ਕੈਪਟਨ ਸਾਹਿਬ ਗਏ ਸੀ ਹੁਸ਼ਿਆਰਪੁਰ, ਕੈਪਟਨ ਸਾਹਿਬ ਦਾ ਬਿਆਨ ਦੇਖ ਲਓ, ਉੱਥੇ ਵੀ ਨਾਲ ਗੱਲ ਵੀ ਕੰਪਲੀਟਲੀ ਵਿਚਾਲੇ ਇੱਕ ਸਵਾਲ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਦੇ ਨਾਲ ਤੁਹਾਡੇ ਖਿਲਾਫ ਖੜੇ ਹੋ ਜਾਣਗੇ, ਜਾਂ ਅਜੇ ਵੀ ਤੁਹਾਨੂੰ ਕੋਈ ਉਮੀਦ ਹੈ? ਕਿਉਂਕਿ ਕੈਪਟਨ ਨੇ ਕਾਂਗਰਸ ਛੱਡੀ ਨਹੀਂ ਅੱਜ ਤੱਕ, ਜਾਂ ਕਾਂਗਰਸ ਨੂੰ ਅਜੇ ਵੀ ਉਮੀਦ ਹੈ ਕਿ ਨਹੀਂ ਕੈਪਟਨ ਰਹਿਣਗੇ ਇੱਥੇ ਹੀ, ਬੇਸ਼ੱਕ ਫਿਲਹਾਲ ਕਹਿ ਰਹੇ ਹੋਣ ਕਿ ਮੈਂ ਜਾ ਰਿਹਾ, ਛੱਡ ਰਿਹਾ, ਨਵੀਂ ਪਾਰਟੀ ਬਣਾ ਰਿਹਾ? ਦੇਖੋ ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈਗੀ ਹੈ ਕਿ ਬੀਜੇਪੀ ਦੇ ਸਟੈਂਡ ਦੇ ਵਿੱਚ ਕਿੰਨਾ ਇੰਟਰਸਟਿੰਗ ਟਵਿਸਟ ਆਇਆ ਹੈਗਾ ਕਿ ਜਦੋਂ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਗੱਲ ਕਰਦੀ ਸੀਗੀ ਵੀ ਅਸੀਂ ਜਦੋਂ ਖੇਤੀ ਅੰਦੋਲਨ ਸ਼ੁਰੂ ਹੋਏ ਨੇ, ਉਦੋਂ ਬੀਜੇਪੀ ਕੋਲ ਰਟਾਇਆ ਇੱਕੋ ਏਜੰਡਾ ਹੁੰਦਾ ਸੀਗਾ ਕਿ ਜੀ ਬਾਕੀ ਪੋਲੀਟੀਕਲ ਪਾਰਟੀਆਂ ਇਹਨੂੰ ਪੋਲੀਟੀਸਾਈਜ਼ ਕਰ ਰਹੀਆਂ ਨੇ, ਪੋਲਿਟਿਕਸ ਵੜ ਗਈ ਹੈ। ਇਹੀ ਇਹਨਾਂ ਨੇ ਸ਼ੋਰ ਮਚਾਇਆ ਸੀ ਬੀਜੇਪੀ ਵਾਲਿਆਂ ਨੇ। ਅੱਜ ਬੀਜੇਪੀ ਦੇ ਸਪੋਕਸਪਰਸਨ ਖੁਦ ਕਹਿ ਰਹੇ ਨੇ ਕਿ ਜੀ ਜੇ ਕੈਪਟਨ ਸਾਹਿਬ ਕਰ ਦੇਣ, ਚਾਹੇ ਚੰਨੀ ਸਾਹਿਬ ਕਰ ਦੇਣ, ਚਾਹੇ ਆਮ ਆਦਮੀ ਪਾਰਟੀ ਕਰ ਦੇਵੇ, ਚਾਹੇ ਕੋਈ ਕਰ ਦੇਵੇ, ਸਾਡੇ ਲਈ ਉਹ ਠੀਕ ਹੈ। ਦੈਟ ਮੀਨਸ ਇਹ ਡਾਇਰੈਕਟ ਗੱਲ ਕਰਦੇ ਇਹ ਆਪਣਾ ਫੇਲਿਅਰ ਐਕਸੈਪਟ ਕਰ ਰਹੇ ਨੇ ਕਿ ਅਸੀਂ ਫੇਲ ਹੋ ਗਏ ਆ ਇਹਨਾਂ ਨੈਗੋਸੀਏਸ਼ਨਸ ਦੇ ਵਿੱਚ। ਅੱਜ ਇਹ ਪੋਲੀਟੀਕਲ ਬੰਦਿਆਂ ਨੂੰ ਵਿੱਚ ਬਾੜ ਰਹੇ ਨੇ। ਹੁਣ ਤੱਕ ਇਹਨਾਂ ਦਾ ਸਟੈਂਡ ਸੀਗਾ ਵੀ ਕੋਈ ਪੋਲੀਟੀਕਲ ਬੰਦੇ ਨੂੰ ਅਸੀਂ ਗੱਲ ਨਹੀਂ ਕਰਨੀ, ਅੱਜ ਇਹ ਦੂਜੇ ਪਾਸੇ ਨੂੰ ਤੁਰ ਪਈ ਬੀਜੇਪੀ। ਸੋ ਬੀਜੇਪੀ ਦਾ ਬੇਸਿਕ ਏਜੰਡਾ ਸਮਵੇਅਰ ਇਟ ਸਮੈਲਸ ਆਫ ਇੰਟਰੀਗ ਐਂਡ ਕਨਸਪੀਰੇਸੀ, ਉਧਰ ਨੂੰ ਤੁਰੇ ਹੋਏ ਨੇ ਬੀਜੇਪੀ ਵਾਲੇ ਕਿ ਕੋਈ ਨਾ ਕੋਈ ਏਜੰਡਾ, ਹਿਡਨ ਏਜੰਡਾ ਇਹਨਾਂ ਦਾ ਹੈਗਾ। ਔਰ ਜੇ ਇਹੀ ਗੱਲ ਕਰਨੀ ਸੀਗੀ ਤੇ 1 ਸਾਲ ਪਹਿਲਾਂ ਹੀ ਕਰ ਲੈਂਦੇ। 1 ਸਾਲ ਪਹਿਲਾਂ 600-700 ਬੱਚਾ ਸਾਡਾ ਭਰਾ ਸ਼ਹੀਦ ਹੋ ਗਿਆ ਹੈਗਾ, ਉਹਨਾਂ ਦੀ ਜਾਨਾਂ ਦੀ ਕੀਮਤ ਕੌਣ ਪੂਰੀ ਕਰੂਗਾ? ਅੱਜ ਇਹ ਕਹਿ ਰਹੇ ਨੇ ਕਿ ਜੀ ਅਸੀਂ ਕਿਸੇ ਨਾਲ ਵੀ ਗੱਲਬਾਤ ਕਰ ਲਾਂਗੇ। ਚਲੋ ਆਪਾਂ ਜਵਾਬ ਲੈ ਲਈਏ, ਮੈਂ ਉਸ ਪੁਆਇੰਟ ਰੈਲੀ ਤੇ ਵਾਪਸ ਆਉਂਗਾ। ਤੁਹਾਨੂੰ ਬੀਜੇਪੀ ਦੀ ਸਟੇਟਮੈਂਟ ਇੰਟਰਸਟਿੰਗ ਲੱਗ ਰਹੀ ਹੈ। ਦੇਖੋ ਜੋਸ਼ੀ ਸਾਹਿਬ, ਗੌਰਵ ਜੀ, ਤੁਸੀਂ ਕੈਪਟਨ ਸਾਹਿਬ ਜਾ ਰਹੇ ਨੇ ਉੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੁਸੀਂ ਉਸ ਸੰਦਰਭ 'ਚ ਪੁੱਛਿਆ ਤੇ ਮੈਂ ਉਸ ਸੰਦਰਭ 'ਚ ਕਿਹਾ ਜੇ ਉਹ ਕਰ ਰਹੇ ਨੇ ਤਾਂ ਕੋਈ ਹੋਰ ਵੀ ਕਰ ਲੇ, ਇਨੀਸ਼ੀਏਟਿਵ ਲੈ ਲਓ ਨਾ। ਕੌਣ ਮਨਾ ਕਰਦਾ ਇਨੀਸ਼ੀਏਟਿਵ ਲੈਣ 'ਚੋਂ?
ਅਸੀਂ ਸਰਕਾਰ ਮਾਨਤਾ ਦਿੰਦੀ ਦੀ ਗੱਲ ਲੱਗ ਗਿਆ, ਪਰ ਤੁਸੀਂ ਇਨੀਸ਼ੀਏਟਿਵ ਤਾਂ ਲਓ। ਦੂਸਰਾ, ਤੁਹਾਨੂੰ ਜਿਹੜੇ ਕਿਸਾਨ ਨੈਚੁਰਲ ਡੈਥ ਹੋ ਗਈ ਹੈ ਸਿੰਘੂ ਬਾਰਡਰ ਟਿਕਰੀ ਬਾਰਡਰ ਤੇ, ਉਹ ਸ਼ਹੀਦ ਲੱਗਦੇ ਨੇ, ਲੇਕਿਨ ਤੁਹਾਡਾ ਆਪਣਾ ਮੈਨੀਫੈਸਟੋ ਯਾਦ ਕਰੇ ਕਾਂਗਰਸ ਦਾ ਪ੍ਰਵਕਤਾ, ਜਿਹਦੇ ਅੰਦਰ ਇਹਨਾਂ ਕਿਹਾ ਸੀ ਸਾਡੇ ਰਾਜ 'ਚ ਜਿਹੜਾ ਕੋਈ ਕਿਸਾਨ ਸੁਸਾਈਡ ਕਰੇਗਾ ਉਹਨੂੰ ਕਿਸਾਨ ਨੂੰ ਅਸੀਂ ਉਹਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਸਰਕਾਰੀ ਨੌਕਰੀ ਦੇਵਾਂਗੇ। 1600 ਕਿਸਾਨ ਲਗਭਗ ਤੁਹਾਡੇ ਰਾਜ 'ਚ ਸੁਸਾਈਡ ਕਰ ਗਏ, ਉਹਨਾਂ ਦੇ ਬਾਰੇ ਚੁੱਪੀ ਧਾਰ ਕੇ ਬਹਿ ਜਾਂਦੇ ਹੋ, ਉਹਦੇ ਬਾਰੇ ਕੁਝ ਨਹੀਂ ਬੋਲਦੇ ਹੋ। ਤੇ ਇਹ ਕਿਤੇ ਨਾ ਕਿਤੇ ਕਾਂਗਰਸ ਦੀ ਜਿਹੜੀ ਇੱਕ ਨਾ ਡਬਲ ਸਟੈਂਡਰਡਸ ਹੈਗੇ ਨੇ ਇਹਨਾਂ ਇਸ਼ੂਜ਼ ਦੇ ਉੱਪਰ। ਇੱਕ ਪਾਸੇ ਜਿਹੜੇ ਅੰਦੋਲਨ 'ਚ ਹੈ ਉਹ ਸ਼ਹੀਦ, ਤੇ ਜਿਹੜੇ ਤੁਹਾਡੇ ਮੈਨੀਫੈਸਟੋ ਦੇ ਅੰਦਰ ਗੱਲਾਂ ਲਿਖੀਆਂ ਉਹ ਤੁਸੀਂ ਪੂਰੀਆਂ ਕਰਨੀ ਨਹੀਂ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸੀ ਨਾ, ਸਰਦਾਰ ਮਨਮੋਹਨ ਸਿੰਘ ਜੀ ਨੇ ਜਾਰੀ ਕੀਤਾ ਸੀ ਦਿੱਲੀ 'ਚ, ਮੈਡਮ ਸੋਨੀਆ ਗਾਂਧੀ ਜੀ ਵੀ ਨਾਲ ਖੜੇ ਸੀਗੇ, ਕੈਪਟਨ ਅਮਰਿੰਦਰ ਵੀ ਸੀਗੇ, ਤਦ ਕਾਂਗਰਸ ਪ੍ਰਧਾਨ ਸੀ, ਉਹ ਵੀ ਨਾਲ ਖੜੇ ਸੀਗੇ। ਕਿਹਾ ਸੀ ਨਾ ਕਿ ਜਿਹੜਾ ਕਿਸਾਨ ਸਾਡੇ ਰਾਜ 'ਚ ਸੁਸਾਈਡ ਕਰੇਗਾ ਉਹਨੂੰ 10 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਵਾਂਗੇ। 1600 ਤੋਂ ਉੱਪਰ ਕਰ ਚੁੱਕੇ ਆ। ਪੰਦੇਰ ਸਾਹਿਬ ਵੀ ਇਸ ਗੱਲ ਦੇ ਉੱਪਰ ਚੁੱਪੀ ਧਾਰਦੇ ਨੇ। ਪੰਦੇਰ ਸਾਹਿਬ ਕਿਉਂ ਨਹੀਂ ਪੰਜਾਬ ਡੀਰੇ ਨਾ ਹੋ ਜੇ ਮਸਲੇ ਤੋਂ। ਠੀਕ ਹੈ, ਮੈਂ ਜਵਾਬ ਲੈ ਲੈਣਾ, ਪਰ ਆਪਾਂ ਡੀਰੇ ਨਾ ਹੋ ਜੇ। ਬਨੀ ਸੰਧੂ ਜੀ ਜਵਾਬ ਦੇ ਦਿਓ। ਦੇਖੋ ਤੁਸੀਂ ਕਿਸਾਨਾਂ ਦਾ ਜ਼ਿਕਰ ਕਰ ਰਹੇ ਹੋ, ਕਹਿ ਰਹੇ ਕਿ ਕਿਸਾਨਾਂ ਦੀ ਤੁਸੀਂ ਸੁਣੀ ਨਹੀਂ, ਕਿ ਤੁਸੀਂ ਆ ਕੇ ਕਹਿ ਰਹੇ ਹੋ ਕਿ ਕਿਸਾਨ ਅੰਦੋਲਨ ਕਰ ਰਹੇ ਨੇ ਜਾਂ ਫਿਰ ਕੇਂਦਰ ਦੀ ਸਰਕਾਰ ਨਹੀਂ ਸੁਣ ਰਹੀ, ਤੁਸੀਂ ਕੀਤੀ ਇਹਨਾਂ ਨੂੰ ਜੋ ਉਹਨਾਂ ਦੇ ਨਾਲ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ। ਗੌਰਵ ਜੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇੱਕ ਸਾਲ ਇਹਨਾਂ ਨੇ ਕਿਸਾਨਾਂ ਦਾ ਟਾਈਮ ਵੇਸਟ ਕੀਤਾ ਹੈ ਐਗਰੀਕਲਚਰ ਮਿਨਿਸਟਰ ਦੇ ਨਾਲ ਮੀਟਿੰਗਾਂ ਕਰਾ ਕੇ। ਅੱਜ ਇਹ ਅਮਿਤ ਸ਼ਾਹ ਜੀ ਜਿਹੜੇ ਆਨਰੇਬਲ ਹੋਮ ਮਿਨਿਸਟਰ ਨੇ, ਇਹ ਪਹਿਲਾਂ ਕਿਉਂ ਨਹੀਂ ਇੰਟਰਵੀਨ ਕੀਤਾ ਹੋਮ ਮਿਨਿਸਟਰ ਸਾਹਿਬ ਨੇ? ਦੇ ਸ਼ੁਡ ਹੈਵ ਇੰਟਰਵੀਨਡ। ਇੰਨੇ ਬੰਦੇ ਮਰ ਗਏ ਨੇ, ਕਿਉਂ ਨਹੀਂ ਪਹਿਲਾਂ ਇੰਟਰਵੀਨ ਕੀਤਾ? ਇਹਨਾਂ ਦਾ ਐਗਰੀਕਲਚਰ ਮਿਨਿਸਟਰ ਫੇਲ ਹੋ ਗਿਆ ਦਾ ਮਤਲਬ ਇਹਨਾਂ ਨੇ 1 ਸਾਲ ਵੇਸਟ ਕੀਤਾ ਕਿਸਾਨਾਂ ਦਾ ਜੀ। ਇਨਕੰਪੀਟੈਂਸ ਸੀਗੀ ਉਹਦੀ। ਜੋਸ਼ੀ ਜੀ गौरव जी प्रोफेसर साहब कुछ कहना चाह रहे हैं, मैं उस तो बाद जोशी साहब तो एक रिएक्शन लूंगा। हाँ गौरव जी, मैं ये कहना कि मीडिएशन ਤੇ ਜਿਹੜੀਆਂ ਪਿੱਛੇ ਪਰਦੇ ਪਿੱਛੇ ਸਾਰੀਆਂ ਗੱਲਾਂ ਬਾਤਾਂ, ਇਹ ਨੈਗੋਸੀਏਸ਼ਨ ਦਾ ਹਿੱਸਾ ਆ ਔਰ ਦੁਨੀਆ ਦੇ ਵਿੱਚ ਪ੍ਰਮਾਣਿਤ ਇਹ ਸਾਰਾ ਕੁਝ ਚੱਲਦਾ। ਹੁਣ ਵੀ ਲੀਡਰਾਂ ਦੇ ਨਾਲ ਬੈਕਡੋਰ ਗੱਲਾਂ ਹੁੰਦੀਆਂ ਆ, ਉਹ ਚੱਲਦਾ ਰਹਿੰਦਾ ਆ। ਸਵਾਲ ਇਹ ਹੈਗਾ ਆ ਕਿ ਜੇ ਤੁਸੀਂ ਵਿਚੋਲਗੀ ਕਰਨੀ ਆ ਤੇ ਵਿਚੋਲਗੀ ਦੋ ਧਿਰਾਂ ਦੇ ਵਿਚਾਲੇ ਹੁੰਦੀ ਹੈ। ਉਹ ਵਿਚੋਲਾ ਜਿਹੜਾ ਆ ਕੁੜੀ ਵਾਲੇ ਤੇ ਮੁੰਡੇ ਵਾਲੇ ਦੋਵਾਂ ਨੂੰ ਐਕਸੈਪਟੇਬਲ ਹੋਵੇ ਤਾਂ ਹੀ ਹੈ, ਨਹੀਂ ਤੇ ਉਹ ਵਿਚੋਲਾ ਨਹੀਂ ਹੈ, ਨਾ ਉਹ ਕਾਮਯਾਬ ਵਿਚੋਲਾ ਹੈਗਾ। ਜਦ ਇਹਨਾਂ ਨੂੰ ਅਪੁਆਇੰਟ ਨਹੀਂ ਕੀਤਾ ਕਿਸਾਨਾਂ ਨੇ ਤਾਂ ਉਹ ਕਿਵੇਂ ਮੰਨੀ ਜਾਊਗੀ ਜਿਹੜੀ ਉੱਥੇ ਗੱਲ ਹੋਊਗੀ? ਇਹਦਾ ਤਾਂ ਕਰਕੇ ਰੌਲਾ ਇਹ ਪੈ ਰਿਹਾ ਕਿ ਕਿਤੇ ਨਾ ਕਿਤੇ ਇਟ ਸਮੈਕਸ ਆਫ ਸਮਥਿੰਗ ਡਿਫਰੈਂਟ। ਦੂਜੀ ਗੱਲ, ਤੁਹਾਨੂੰ ਯਾਦ ਹੈ ਇੱਕ ਵਾਰੀ ਸਾਧੂਆਂ ਬਾਬਿਆਂ ਨੇ ਵੀ ਜਾ ਕੇ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ, ਆਪਣੀ ਪ੍ਰਪੋਜ਼ਲ ਰੱਖੀ, ਉਹ ਜਾ ਕੇ ਆ ਗਏ, ਮੁੜ ਕੇ ਕਿਸਾਨਾਂ ਨੇ ਉਹਨਾਂ ਦੀ ਸੁਣੀ ਨਹੀਂ। ਇੱਕ ਵਾਰੀ ਇਹ ਵੀ ਕੀਤਾ ਗਿਆ ਸ਼ੁਰੂ ਦੇ ਵਿੱਚ ਕਿ ਕੁਝ ਆਪਣੀ ਹੀ ਚਹੇਤੀਆਂ ਕਿਸਾਨ ਯੂਨੀਅਨਾਂ, ਜਿਨ੍ਹਾਂ ਨੂੰ ਕਈ ਵਾਰੀ ਸਖਤ ਲਫ਼ਜ਼ਾਂ ਦੇ ਵਿੱਚ ਹੱਥ ਠੋਕਾ ਯੂਨੀਅਨਾਂ ਕਹਿੰਦੇ, ਤਾਜ਼ਾ ਦਸੰਬਰ ਦੇ ਵਿੱਚ ਰਜਿਸਟਰ ਕਰਾ ਕੇ ਉੱਥੇ ਪਹੁੰਚਵਾਤੀਆਂ ਕਿ ਅਸੀਂ ਤੁਹਾਡੇ ਨਾਲ ਨੈਗੋਸ਼ੀਏਸ਼ਨ ਕਰਦੇ ਹਾਂ। ਉਹਦੇ ਨਾਲ ਕੋਈ ਹੱਲ ਨਿਕਲਿਆ? ਜਦ ਤੱਕ ਜਿਹੜੇ ਲੋਕ ਖੁਦ ਦੇਖੋ, ਚੰਗਾ ਹੋਏ ਜਾਂ ਮਾੜਾ ਹੋਏ, ਉਹ ਗੱਲਾਂ ਬਾਅਦ ਦੀਆਂ। ਉਹ ਸਾਡੇ ਦੇਸ਼ ਦੇ ਅੰਨਦਾਤਾ ਆ, ਧਰਤੀ ਪੁੱਤਰ ਆ, ਇੰਨੀ ਦੇਰ ਬੈਠੇ ਆ, ਇੱਕ ਡੈਮੋਕ੍ਰੇਸੀ ਹੈ, ਉਹਦੇ ਵਿੱਚ ਰਿਸਪੈਕਟ ਜਾਂ ਇਹ ਇੱਜ਼ਤ ਨਾਲ ਗੱਲ ਇਹ ਬਣਦੀ ਹੈ ਕਿ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਜਾਰੀ ਰਹੇ। ਰਿਜ਼ਲਟ ਮੈਂ ਨਹੀਂ ਕਹਿੰਦਾ ਕਿ ਕੋਈ ਰਿਜ਼ਲਟ ਨਿਕਲ ਆਊਗਾ, ਉਹ ਤੇ ਦੇਖੀ ਜਾਊ, ਭਾਵੇਂ ਸਾਲ ਹੋਰ ਹੋ ਜਾਏ। ਕਿਸਾਨ ਤੇ ਕਹਿੰਦੇ 2024 ਤੱਕ ਇੱਥੇ ਬੈਠੇ ਆ। ਸਵਾਲ ਇਹ ਹੈ ਕਿ ਤੁਸੀਂ ਇਹ ਉਹਨਾਂ ਸਾਰੇ ਲੋਕਾਂ ਦੀ ਤੋਹੀਨ ਕਰਦੇ ਆ, ਉਹਨਾਂ ਨੂੰ ਪਿੱਠ ਦਿਖਾਉਂਦੇ ਆ, ਔਰ ਉਹ ਜਿਹੜੀਆਂ ਕਦਰਾਂ ਕੀਮਤਾਂ ਆ ਡੈਮੋਕ੍ਰੇਸੀ ਦੀਆਂ, ਲੋਕਤੰਤਰ ਦੀਆਂ, ਉਹਨੂੰ ਵੀ ਤਲਾਂਜਲੀ ਦਿੰਦੇ ਆ ਜੇ ਤੁਸੀਂ ਲਗਾਤਾਰ ਡਾਇਲੌਗ ਨੂੰ ਜਾਰੀ ਨਹੀਂ ਰੱਖ। ठीक है जोशी साहब, डायलॉग जारी नहीं रहेंगे तो फिर दिक्कत है, सरकार की तो जिम्मेवारी बनती है, तो नहीं लगता? देखो गल है कि डायलॉग तो कितने ब्लॉकेड नहीं है, और कृषि मंत्री बार एक गल कहते भी हैं, डायरैक्ट भी कहते हैं, मीडिया के राही भी कहते हैं। दूसरी गल, कैप्टन अमरिंदर आज प्रेस कॉन्फ्रेंस अनाउंस करके गए हैं कि जी मैं दिल्ली जाके होम मिनिस्टर ਨੂੰ ਮਿਲਾਂਗਾ और श्री अमित शाह जी ਨਾਲ ਗੱਲਬਾਤ ਕਰਾਂਗਾ और किसान संगठनों का ਜਿਹੜਾ ਅੰਦੋਲਨ ਹੈ ਇਹਦੇ ਸੰਦਰਭ 'ਚ ਗੱਲ ਕਰਾਂਗਾ। ਹੁਣ ਜੇ ਸ਼੍ਰੀ ਅਮਿਤ ਸ਼ਾਹ ਸ਼ਾਇਦ ਨਾ ਵੀ ਮਿਲਦੇ ਉਹਨਾਂ ਨੂੰ, ਲੇਕਿਨ ਜੇ ਹੁਣ ਨਹੀਂ ਮਿਲਣਗੇ ਤੇ ਫਿਰ ਲੋਕ ਕਹਿਣਗੇ ਦੱਸੋ ਜੀ ਉਹ ਕਹਿ ਰਿਹਾ ਮੈਂ ਰਿਜ਼ੋਲਵ ਕਰਾਣੇ, ਇਹ ਮਿਲਦੇ ਨਹੀਂ ਹੈ। ਸੋ ਜਿਹਨੇ ਘੋਸ਼ਣਾ ਜਿੱਥੇ ਵੀ ਕਰ ਲੇਗਾ, ਜਿਹੜਾ ਕਰੇਗਾ ਉਹਨੂੰ ਉਹਨਾਂ ਨੂੰ ਮਿਲਣਗੇ, ਔਰ ਮਿਲਣ 'ਚ ਉਸ ਜਿਹੜਾ ਹੈਗਾ ਕੋਈ ਵੀ ਕਿਤੇ ਕੋਈ ਇਸ਼ੂ ਨਹੀਂ ਹੈ। ਸੋ ਇਸ ਕਰਕੇ ਇਹਨੂੰ ਦੂਜੇ ਪਾਸੇ ਨਹੀਂ ਦੇਖਣਾ ਚਾਹੀਦਾ। तीसरी गल, किसान संगठन भी जड़े हैं वो इस गल ध्यान रखन कि अंदोलन 1 साल का हो गया है और अंदोलन करके कई किसानों की डेथ हो गई है, बुजुर्ग ने ठंड गर्मी करके डेथ हो रही है, और उत्थे जड़ा हैगा कई तरह के विवादित इंसीडेंट भी हो चुके हैं, क्राइम हो चुके हैं। उत्थे एक रेप वाला केस भी ध्यान होना चाहिए, हुणे निहंगा ने जो बांह करती वो भी ध्यान होना चाहिए। सो ये सारी गल्लां नूं जे ध्यान च रख के उन्होंने चाहिए कि वो भी गलबात करन। वो इस गल दा अगर चलो असीं तां कहने कि सरकार प्रपोजल भेजदी, सरकार तां कहंदी आ जाओ,
ਠੀਕ ਹੈ, ਜੇ ਉਹ ਕਹਿੰਦੇ ਕਿ ਸਰਕਾਰ ਨਹੀਂ ਕਰੀ, ਓਪਨਲੀ ਅਨਾਉਂਸ ਕਰ ਦੇਣ ਕਿ ਫਲਾਣੇ ਦੀ ਨਾਲ ਗੱਲਬਾਤ ਕਰਨ ਆ ਰਹੇ ਆ, ਮਿਲੋ। ਇਹ ਕਿਉਂ ਨਹੀਂ ਕਰਦੇ? ਕਿਉਂਕਿ ਇਹਨਾਂ ਦੇ ਜੋਸ਼ੀ ਜੀ ਤੁਸੀਂ ਹੁਣੇ ਚਿੱਠੀ ਲਿਆ ਦਿਓ, ਤੱਕ ਜੇ ਉੱਥੇ ਇਹ ਬੈਠੇ ਸਵੇਰੇ ਮੀਟਿੰਗ ਹੋਊਗੀ, ਤੁਸੀਂ ਚਿੱਠੀ ਮੰਗਵਾ ਲਓ ਅਮਿਤ ਸ਼ਾਹ ਤੋਂ। ਮੇਰੀ ਗੱਲ ਤਾਂ ਸੁਣ ਲਓ, ਗੱਲ ਤਾਂ ਸੁਣ ਲਓ ਜੀ। 2000 ਮੈਂ ਤਾਂ ਗੱਲ ਕੁਝ ਹੋਰ ਕਹਿ ਰਿਹਾ ਕਿ ਜੇ ਕਿਸਾਨ ਸੰਗਠਨ ਵੀ ਕਿਉਂ ਅੜੇ ਆ ਜੀ, ਇਹ ਕਹਿਣ ਜੀ ਅਸੀਂ ਤਿਆਰ ਆ, ਅਸੀਂ ਫਲਾਣੇ ਦਿਨ ਆਣਾ ਹੈ, ਕਰ ਦੇਣ ਹਫਤੇ ਤੋਂ ਬਾਅਦ ਡੇਟ ਅਨਾਉਂਸ ਕਿ ਅਸੀਂ ਆ ਰਹੇ ਹਾਂ ਉੱਥੇ ਗੱਲਬਾਤ ਕਰਨ। ਕਿਉਂ ਨਹੀਂ ਕਰਦੇ? 2024 ਤੱਕ ਉੱਥੇ ਧਰਨਾ ਲਾ ਕੇ ਬਹਿਣਾ ਹੈ। ਇਹਦਾ ਮੰਤਵ ਵੀ ਸਿਆਸੀ ਦਿਖਦਾ ਹੈ, ਇਹਦਾ ਮੰਤਵ ਵੀ ਭਾਜਪਾ ਦਾ ਵਿਰੋਧ ਦਿਖਦਾ ਹੈ, ਭਾਜਪਾ ਸਰਕਾਰ ਦਾ ਚਲੋ ਠੀਕ ਹੈ, ਮੇਰੇ ਕੋਲ ਸਮਾਂ ਬਹੁਤ ਪੂਰਾ ਹੁਣ ਮੈਂ ਇੱਕ ਛੋਟੀ ਛੋਟੀ ਸਟੇਟਮੈਂਟ ਚਾਹੀਦੀ ਹੈ। ਠੀਕ ਹੈ ਤੁਸੀਂ ਆਪਣੀ ਪੁਆਇੰਟ ਰੱਖ ਦਿੱਤਾ। ਪੰਦੇਰ ਸਾਹਿਬ ਇੱਕ ਤੁਹਾਡਾ ਫਾਈਨਲ ਰਿਐਕਸ਼ਨ ਮੈਂ ਚਾਹੂੰਗਾ। ਦੇਖੋ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰ ਰਹੇ ਹੋ, ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ ਦੋਵੇਂ ਧਿਰਾਂ ਨੇ ਅਪਾਇੰਟ ਨਹੀਂ ਕੀਤਾ, ਕਿਸਾਨਾਂ ਨੇ ਖਾਸ ਤੌਰ ਤੇ ਅਪਾਇੰਟ ਨਹੀਂ ਕੀਤਾ ਕੈਪਟਨ ਅਮਰਿੰਦਰ। ਪਰ ਦੂਜਾ ਪੁਆਇੰਟ ਇਹ ਵੀ ਹੈ ਕਿ ਇਹ ਵੀ ਨਹੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਚੋਲਗੀ ਨਾ ਕਰਨ, ਸਾਡੇ ਮਸਲੇ ਦੇ ਵਿੱਚ ਨਾ ਪੈਣ ਆ ਕੇ। ਤੁਹਾਨੂੰ ਲੱਗਦਾ ਦੇਰ ਸਾਹਿਬ ਕਿ ਕਿਸਾਨਾਂ ਨੂੰ ਕਲੀਅਰ ਕਰਨਾ ਚਾਹੀਦਾ ਕਿ ਕੈਪਟਨ ਜੇਕਰ ਕੋਈ ਫਾਰਮੂਲਾ ਜਾਂ ਕੋਈ ਪ੍ਰਪੋਜ਼ਲ ਲੈ ਕੇ ਆਉਂਦੇ ਆ ਤਾਂ ਅਸੀਂ ਨਹੀਂ ਮੰਨਾਂਗੇ। ਆ ਦੇਖੋ, ਜੇ ਭਾਰਤ ਸਰਕਾਰ ਕੋਈ ਪ੍ਰਪੋਜ਼ਲ ਉਹ ਵੀ ਮੀਟਿੰਗ ਸੱਦ ਕੇ ਆਪਸ਼ਨਲੀ ਨਹੀਂ ਦਿੰਦੀ ਆ, ਜਾਂ ਉਹਨਾਂ ਦੇ ਬੁਲਾਰੇ ਜਾਂ ਉਹਨਾਂ ਦੇ ਪ੍ਰਵਕਤਾ ਜਾਂ ਕੇਂਦਰੀ ਮੰਤਰੀ ਕੋ ਰੱਖਦਾ, ਉਹ ਵਿਚਾਰ ਹੀ ਜਾਊਗੀ ਵੀ ਕਿਹੜੀ ਉਹਦੀ ਪ੍ਰਪੋਜ਼ਲ ਆ, ਵਿਚਾਰ ਕੀਤਾ ਜਾਊਗਾ। ਦੂਜਾ ਜਿਹੜੀਆਂ ਸਿੰਘੂ ਘਟਨਾਵਾਂ, ਮੇਰੀ ਸੁਣ ਲਿਓ ਹੁਣ ਗੱਲ ਜੀ। ਦੇਖੋ, ਇੱਕ ਤਾਂ ਅੱਜ ਵੀ ਚੇਤਾ ਉਹ ਜੋਤੀ ਜੀ ਨੇ ਦੇਖਿਆ ਹੋਣਾ ਲਖਬੀਰ ਸਿੰਘ ਦਾ ਪਰਿਵਾਰ, ਠੀਕ ਹੈ ਜੀ, ਲਖਬੀਰ ਸਿੰਘ ਦੇ ਪਰਿਵਾਰ ਦੇ ਬਹਾਨੇ ਜਿਵੇਂ ਹਿੰਦੂ ਮਜ਼ਦੂਰ ਸਮਿਤੀ ਸਿੰਘੂ ਬਾਰਡਰ ਵੱਲ ਇੰਟਰ ਕਰਦੀ ਪੁਲਿਸ ਨੇ ਰੁਕੀ ਆ। ਅਸੀਂ ਕਹਿੰਦੇ ਆ ਦੇਖੋ, ਜਦੋਂ ਹੰਗਾਮੇ ਹੁੰਦੇ ਹੁਣ ਕੀ ਭਾਜਪਾ ਦੀ ਨੀਤੀ ਕੀ ਆ ਵੀ ਤੁਸੀਂ ਦਿੱਲੀ ਦੇ ਚੱਪੇ ਚੱਪੇ ਤੇ ਫੋਰਸ ਲਾਈ ਹੋਈ ਆ, ਇੱਕ ਪਾਸੇ ਵੀ ਸਾਨੂੰ ਅੱਗੇ ਜਾਣ ਦੀ ਕੋਈ ਇਜਾਜ਼ਤ ਨਹੀਂ ਹੈਗੀ ਜੀ। ਇੰਨੇ ਬੰਦੇ ਆ ਕੇ ਜੇ ਉਹਨਾਂ ਦੇ ਪਰਿਵਾਰ ਨੇ ਕੋਈ ਮੁਆਵਜ਼ਾ ਲੈਣਾ, ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦੇਵੇ, ਕੇਂਦਰ ਦੇ ਖਿਲਾਫ ਧਰਨਾ ਦੇਵੇ, ਉਹਨਾਂ ਦੇ ਜਿਨ੍ਹਾਂ ਨੇ ਕਤਲ ਕੀਤਾ ਉਹ ਗ੍ਰਿਫਤਾਰ ਹੋ ਗਏ ਵੀ ਅਸੀਂ ਮੰਨ ਲਿਆ, ਉਹ ਅਦਾਲਤ ਕੋਲ ਲੈ ਲੈਣ। ਹੁਣ ਸਿੰਘੂ ਬਾਰਡਰ ਵੱਲ 200-300 ਬੰਦਾ ਵੱਧ ਰਿਹਾ, ਕੀ ਮਨਸ਼ਾ ਵਾ? ਤੇ ਗੜਬੜ ਫੈਲਾਉਣ ਦੀ ਮਨਸ਼ਾ। ਇਹ ਵੀ ਘਟਨਾਵਾਂ ਦਾ ਖਿਆਲ ਰੱਖਣ ਜੋ ਸੀ ਜੀ, ਠੀਕ ਹੈ। ਅਸੀਂ ਤਾਂ ਪੁਰਮਨ ਬੈਠੇ ਆ ਨਾ। ਤੇ ਦੂਜਾ ਇੱਕ ਗੱਲ ਹੈਗੀ ਆ, ਅਸੀਂ ਉਹ ਕਹਿੰਦੇ 9 ਜਿਹੜੇ ਮੰਤਰੀ ਨੇ, ਕੇਂਦਰੀ ਮੰਤਰੀ, ਉਹ ਰੋਜ਼ ਉਹਨਾਂ ਦਾ ਬਿਆਨ, ਅਸੀਂ ਤਾਂ ਤੁਹਾਡੇ ਸਾਹਮਣੇ ਬਿਆਨ ਦੇ ਰਹੇ ਹਾਂ ਵੀ ਗੱਲ ਕਰਨ ਨੂੰ ਤਿਆਰ ਹੈਗੇ ਆ, ਦੱਸੋ ਇਹ ਕੀ ਬਿਆਨ? ਸਾਡਾ ਬਿਆਨ ਮਾਨਤਾ ਨਹੀਂ ਰੱਖਦਾ ਹੈਗਾ। ਚਲੋ ਠੀਕ ਹੈ, ਤੁਸੀਂ ਗੱਲ ਕਰਨਾ ਨਹੀਂ ਚਾਹੁੰਦੇ, ਵੱਖਰੀ ਗੱਲ ਹੈਗੀ ਆ। ਠੀਕ ਹੈ, ਆਫ ਦਾ ਰਿਕਾਰਡ ਕੋਈ ਗੱਲ ਹੋ ਰਹੀ ਹੈ ਤਾਂ ਸਾਹਮਣੇ ਆਵੇ, ਜੇ ਹੋ ਵੀ ਰਹੀ ਹੈ ਤਾਂ ਚੰਗੀ ਗੱਲ ਹੈ। ਜੇ ਗੱਲ ਆਫ ਦਾ ਰਿਕਾਰਡ ਕਰਕੇ ਹੀ ਗੱਲ ਸਿਰੇ ਚੜ ਜਾਵੇ ਤਾਂ ਇਸ ਦੇ ਵਿੱਚ ਕਿਸੇ ਨੂੰ ਕੀ ਦਿੱਕਤ ਹੋ ਸਕਦੀ ਹੈ। ਬਨੀ ਸੰਧੂ ਜੀ, ਇੱਕ ਲਾਸਟ ਰਿਐਕਸ਼ਨ ਤੁਹਾਡਾ ਛੋਟਾ ਕਿ ਹੁਣ ਕਾਂਗਰਸ ਵੀ ਕੋਈ ਵਿਚਾਲੇ ਦਾ ਰਾਹ ਦੇਖ ਰਹੀ ਹੈ, ਕਿਉਂਕਿ 2022 ਦੇ ਵਿੱਚ ਜਦੋਂ ਇਲੈਕਸ਼ਨ 'ਚ ਤੁਸੀਂ ਵੀ ਜਾਣਾ ਹੈ ਤਾਂ ਲੋਕ ਪੁੱਛਣਗੇ ਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਨਾਲ ਸੀ, ਉਸ ਸਮੇਂ ਨਹੀਂ ਕਿਸਾਨਾਂ ਦੇ ਨਾਲ ਗੱਲ ਕੀਤੀ, ਤੁਸੀਂ ਨਹੀਂ ਕਰਨ ਦੇ ਰਹੇ ਸੀ ਜਾਂ ਚੱਕਰ ਗਈ ਸੀ? ਮੈਨੂੰ ਤੁਹਾਡਾ ਸਵਾਲ ਪੂਰਾ ਸਮਝ ਨਹੀਂ ਆਇਆ, ਦੁਬਾਰਾ ਰਿਪੀਟ ਕਰਿਓ, ਆਡੀਓ ਕਲੀਅਰ ਨਹੀਂ ਹੈ। ਬਿਲਕੁਲ ਸਰ, ਮੈਂ ਜਾਣਨਾ ਚਾਹੁੰਦਾ ਕਿ 2022 ਤੁਹਾਡੇ ਵੀ ਸਾਹਮਣੇ ਹੈ, ਕਿਸਾਨੀ ਅੰਦੋਲਨ ਵਾਲਾ ਚੈਲੰਜ ਵੀ ਹੋਏਗਾ। ਜੇ ਕੈਪਟਨ ਅਮਰਿੰਦਰ ਸਿੰਘ ਇਸ ਪੂਰੇ ਮੁੱਦੇ ਨੂੰ ਸੁਲਝਾਉਣ ਦੇ ਲਈ ਵਾਰ-ਵਾਰ ਦਿੱਲੀ ਫੇਰੀਆਂ ਲਾ ਰਹੇ ਨੇ ਤਾਂ ਲੋਕ ਕਿਸਾਨ ਤੁਹਾਨੂੰ ਵੀ ਪੁੱਛਣਗੇ ਕੀ ਕੀਤਾ ਹੈ, ਦੱਸੋ। ਦੇਖੋ, ਅਸੀਂ ਕਿਸਾਨਾਂ ਦੇ ਨਾਲ ਔਰ ਇਸ ਮੋਰਚੇ ਦੇ ਨਾਲ ਪਹਿਲੇ ਦਿਨ ਤੋਂ ਖੜੇ ਹਾਂ ਔਰ ਅਸੀਂ ਹਰ ਵਕਤ ਕਿਸਾਨਾਂ ਦਾ ਸਾਥ ਦੇਵਾਂਗੇ। ਕਿਸਾਨ ਕੋਈ ਬਾਹਰਲੇ ਨਹੀਂ ਹੈਗੇ, ਸਾਡੇ ਹੀ ਭਰਾ ਨੇ, ਅਸੀਂ ਇਹਨਾਂ ਕਿਸਾਨਾਂ ਚੋਂ ਹੀ ਹਾਂ, ਮੈਂ ਵੀ ਕਿਸਾਨ ਹੈ। ਗੱਲ ਇਹ ਹੈ ਕਿ ਜੀ ਬੀਜੇਪੀ ਦਾ ਅਸਲੀ ਚਿਹਰਾ ਕਿਸਾਨਾਂ ਦੇ ਅੱਗੇ ਨੰਗਾ ਹੋ ਚੁੱਕਿਆ ਹੈ। ਪਹਿਲਾਂ ਇਹੀ ਬੀਜੇਪੀ ਦਾ ਸਟੈਂਡ ਹੋਰ ਸੀ, ਹੁਣ ਹੋਰ ਸਟੈਂਡ ਹੈ। ਜੇ ਆਪਾਂ ਮੋਰਚੇ ਤੋਂ ਅੱਗੇ ਹੀ ਚੱਲੀਏ, 1 ਮਿੰਟ ਲਈ ਆਪਾਂ ਹੋਰ ਵੀ, ਅੱਜ ਡੀਏਪੀ ਦਾ, ਪੈਟਰੋਲ ਡੀਜ਼ਲ ਦਾ ਕੀ ਭਾਅ ਹੈਗਾ ਔਰ ਕਿਸਾਨਾਂ ਨੂੰ ਕੀ ਰੇਟ ਮਿਲ ਰਿਹਾ? ਕਿਸਾਨਾਂ ਦੇ ਹਾਲਾਤ ਬਾਰੇ ਕੋਈ ਨਹੀਂ ਇਹ ਸੋਚ ਰਹੇ। ਡੀਏਪੀ 3500 ਰੁਪਏ ਦੀ, ਪਤਾ ਨਹੀਂ 3000 ਰੁਪਏ ਦੀ ਮਿਲ ਰਹੀ ਹੈਗੀ ਹੈ। ਲਾਈਨਾਂ 'ਚ ਕਿਸਾਨ ਹਰਿਆਣੇ 'ਚ, ਜਿੱਥੇ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਹੈ, ਚਲੋ ਠੀਕ ਹੈ ਸਰ, ਕਿਸਾਨਾਂ ਦੀ, ਇੱਕ ਮਿੰਟ ਮੈਨੂੰ ਕੰਪਲੀਟ ਨਹੀਂ, ਦੇਖੋ ਕਿਸਾਨਾਂ ਦੀਆਂ ਸ਼ੁਰੂ ਹੋ ਜਾਣਗੇ ਤਾਂ ਕਿਤੇ ਨਾ ਕਿਤੇ ਆਪਸ ਦੇ ਵਿੱਚ ਕਨੈਕਟ ਹੁੰਦੇ ਜਾਣਗੇ। ਮੈਨੂੰ ਕੰਪਲੀਟ ਕਰ ਲੈਣ ਦਿਓ, ਮੈਨੂੰ ਵਿਚਾਲੇ ਰੁਕਣਾ ਪਏਗਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਜੋਸ਼ੀ ਜੀ, ਮੈਂ ਨਹੀਂ ਆ ਪਾਉਂਗਾ, ਪ੍ਰੋਫੈਸਰ ਸਾਹਿਬ ਲਾਸਟ ਕਮੈਂਟ ਦੇ ਲਈ ਨਹੀਂ ਆ ਪਾਉਂਗਾ, ਮਾਫੀ ਚਾਹੁੰਦਾ। ਕਿਸਾਨਾਂ ਦੀ ਬੜੀ ਹਾਲਤ ਖਰਾਬ ਬੀਜੇਪੀ ਨੇ ਕੀਤੀ। ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਰਿਆਂ ਦਾ ਧੰਨਵਾਦ। ਮੁੱਦਾ ਬਹੁਤ ਗੰਭੀਰ ਹੈ, ਪਰ ਕੀ ਵਾਕਈ ਬਹੁਤ ਆਸਾਨ ਹੈ ਇਸ ਪੂਰੇ ਇਸ਼ੂ ਨੂੰ ਸੋਲਵ ਕਰ ਦੇਣਾ? ਕਿ ਇੱਕ ਆਗੂ ਉੱਠ ਕੇ ਜੇ ਕੇਂਦਰ ਦੀ ਸਰਕਾਰ ਦੇ ਨਾਲ ਜਾ ਕੇ ਮੁਲਾਕਾਤ ਕਰਦਾ ਹੈ ਤਾਂ ਕੀ ਇਹ ਮਸਲਾ ਹੱਲ ਹੋ ਜਾਏਗਾ? ਪੁਆਇੰਟ ਦੂਜਾ ਇਹ ਵੀ ਹੈ ਕਿ ਵਾਕਈ ਹੀ ਸਿਆਸੀ ਮੁਫਾਦਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਪੂਰੇ ਇਸ਼ੂ ਨੂੰ ਸੋਲਵ ਕਰ ਦਿੱਤਾ ਜਾਏਗਾ? ਕਿਉਂਕਿ ਜੇ ਇਲੈਕਸ਼ਨ ਨੇ ਤਾਂ ਬੀਜੇਪੀ ਵੀ ਸਮਝਦੀ ਹੈ ਕਿ ਇਹ ਕਿਸਾਨੀ ਅੰਦੋਲਨ ਉਹਨਾਂ ਦੇ ਲਈ ਚੈਲੰਜ ਹੋਏਗਾ ਤੇ ਕੈਪਟਨ ਅਮਰਿੰਦਰ ਸਿੰਘ ਵੀ ਸਮਝਦੇ ਨੇ ਕਿ ਜੇ ਬੀਜੇਪੀ ਦੇ ਨਾਲ ਜਾਣਾ ਹੈ ਪੰਜਾਬ ਦੇ ਵਿੱਚ ਤਾਂ ਕਿਸਾਨੀ ਅੰਦੋਲਨ ਦਾ ਹੱਲ ਜ਼ਰੂਰੀ ਹੈ। ਤਾਂ ਖੈਰ ਦੇਖਣਾ ਹੋਵੇਗਾ, ਪਰ ਲੋਕ ਇਹੀ ਚਾਹੁੰਦੇ ਨੇ ਕਿ ਬੇਸ਼ੱਕ ਸਿਆਸੀ ਮੁਫਾਦਨ ਦੇ ਲਈ ਹੀ ਸਹੀ, ਪਰ ਇਸ ਮੁੱਦੇ ਦਾ ਹੱਲ ਜਲਦ ਤੋਂ ਜਲਦ ਜ਼ਰੂਰ ਹੋਵੇ।
ਪ੍ਰਾਈਮ ਟਾਈਮ 'ਚ ਅੱਜ ਦੇ ਲਈ।